ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਸਵੇਰ ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਇਤਿਹਾਸ ਦੀ ਕਲਾਸ ਦੇ ਵਿੱਚ ਅੱਜ ਆਪਾਂ ਆਰੰਭ ਕਰਨਾ ਹੈ ਸਿੱਖ ਧਰਮ ਦੇ ਵਿੱਚ ਜੋ ਮਹਾਨ ਸ਼ਖਸੀਅਤਾਂ ਹੋਈਆਂ ਨੇ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਸਿੱਖ ਧਰਮ ਨੂੰ ਬੜੇ ਵੱਡੇ ਪੱਧਰ ਤੇ ਬੁਲੰਦੀਆਂ ਤੇ ਪਹੁੰਚਾਇਆ। ਜਿੱਥੇ ਆਪ ਗੁਰੂ ਘਰ ਦੇ ਪ੍ਰੇਮੀ ਬਣ ਕੇ ਰਹੇ, ਗੁਰੂ ਦੇ ਨਾਲ ਸਾਂਝ ਪਾ ਕੇ ਉਹਨਾਂ ਨੇ ਜੀਵਨ ਬਤੀਤ ਕੀਤਾ, ਉੱਥੇ ਹੋਰਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣੇ। ਐਸੇ ਗੁਰਸਿੱਖਾਂ ਦਾ ਜੀਵਨ ਵਿਚਾਰਨਾ ਬੜਾ ਜ਼ਰੂਰੀ ਹੈ, ਕਿਉਂਕਿ ਇਹਨਾਂ ਦੇ ਜੀਵਨ ਤੋਂ ਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਵੇਂ ਗੁਰੂ ਵਾਲੇ ਹੋ ਕੇ ਰਹਿਣਾ। ਜੇ ਐਸੇ ਸਿੱਖਾਂ ਦਾ ਜੀਵਨ ਵਿਚਾਰਾਂਗੇ ਤੇ ਫਿਰ ਹੀ ਸਾਡੇ ਜੀਵਨ 'ਚ ਸਿੱਖੀ ਆ ਸਕਦੀ ਹੈ, ਕਿਉਂਕਿ ਸਿੱਖੀ ਨੂੰ ਕਮਾਉਣ ਵਾਲਾ ਹੀ ਦੱਸ ਸਕਦਾ ਕਿ ਸਿੱਖੀ ਕਿਵੇਂ ਕਮਾਈ ਜਾ ਸਕਦੀ ਹੈ। ਇਸ ਕਰਕੇ ਆਪਾਂ ਮਹਾਨ ਸ਼ਖਸੀਅਤਾਂ, ਇਸ ਕਲਾਸ ਦਾ ਨਾਮ ਆਪਾਂ ਦਿੱਤਾ ਹੈ ਮਹਾਨ ਸਿੱਖ ਸ਼ਖਸੀਅਤਾਂ, ਜਿਨ੍ਹਾਂ ਨੇ ਗੁਰੂ ਕਾਲ ਦੇ ਵੇਲੇ ਜਾਂ ਉਸ ਤੋਂ ਬਾਅਦ ਸਿੱਖ ਪੰਥ ਦੇ ਵਿੱਚ ਬੜੇ ਵੱਡੇ ਪੱਧਰ ਤੇ ਵਾਧਾ ਕੀਤਾ ਤੇ ਸਿੱਖ ਧਰਮ ਦੇ ਵਿੱਚ ਜਿਨ੍ਹਾਂ ਦਾ ਇੱਕ ਵੱਖਰਾ ਹੀ ਰੁਤਬਾ, ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ। ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਉਹਨਾਂ ਦਾ ਨਾਮ ਹੀ ਆਮ ਹੀ ਆ ਜਾਂਦਾ ਹੈ ਵਿੱਚ, ਤੇ ਜਾਂ ਅਸੀਂ ਗੁਰੂ ਕਾਲ ਤੋਂ ਬਾਅਦ ਦੀ ਗੱਲ ਕਰਦੇ ਹਾਂ ਤਾਂ ਵੀ ਉਹਨਾਂ ਸ਼ਖਸੀਅਤਾਂ ਦਾ ਨਾਮ ਆ ਜਾਂਦਾ ਹੈ। ਸੋ ਆਓ ਆਪਾਂ ਇਸ ਕਲਾਸ ਦੀ ਆਰੰਭਤਾ ਜਿਹੜੀ ਕਰਨੀ ਹੈ, ਸਭ ਤੋਂ ਪਹਿਲੇ ਸਤਿਗੁਰਾਂ ਦੇ ਬੜੇ ਪਿਆਰੇ ਅਰਣ ਸੇਵਕ ਬਾਬਾ ਬੁੱਢਾ ਜੀ ਦੀ ਆਪਾਂ ਗੱਲ ਕਰਨੀ ਹੈ। ਐਸੀ ਸ਼ਖਸੀਅਤ ਬਾਬਾ ਬੁੱਢਾ ਜੀ ਹੋਏ ਆ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਦਾ ਰੁਤਬਾ ਜਿਹੜਾ ਉਹ ਪ੍ਰਾਪਤ ਹੈ। ਗੁਰੂ ਦਾ ਰੂਪ ਹੀ ਹੋ ਗਏ ਸਨ ਬਾਬਾ ਬੁੱਢਾ ਜੀ। ਤੇ ਸਾਧ ਸੰਗਤ, ਬਾਬਾ ਬੁੱਢਾ ਜੀ ਨੇ 8 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਸਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਵੀ ਦਰਸ਼ਨ ਕੀਤੇ ਸਨ, ਤੇ ਨਾਲ ਹੀ ਸਤਿਗੁਰੂ ਗੁਰੂ ਹਰ ਰਾਏ ਮਹਾਰਾਜ ਦੇ ਵੀ ਦਰਸ਼ਨ, ਬਾਬਾ ਗੁਰਦਿੱਤਾ ਜੀ ਦਾ ਪੁੱਤਰ ਹੈ ਜਿਹੜੇ ਹੋਏ ਆ ਸ੍ਰੀ ਗੁਰੂ ਹਰ ਰਾਏ ਮਹਾਰਾਜ, ਉਹਨਾਂ ਦੇ ਵੀ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ ਸਨ। ਕਹਿਣ ਤੋਂ ਭਾਵ 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ ਸਨ ਤੇ 6 ਗੁਰੂ ਸਾਹਿਬਾਂ ਨੂੰ ਆਪਣੇ ਹੱਥੀਂ ਤਿਲਕ ਦਿੱਤਾ ਸੀ ਤੇ ਤਖਤ ਤੇ ਬਿਠਾਇਆ ਸੀ। ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ ਤੇ ਸਤਿਗੁਰੂ ਆਪ ਹੀ ਜਾਣੀ ਜਾਣ ਆਪ ਤਖਤ ਤੇ ਬੈਠੇ ਸਨ। ਪਰ ਉਹਨਾਂ ਤੋਂ ਬਾਅਦ 5 ਗੁਰੂ ਸਾਹਿਬਾਨ ਜਿਹੜੇ ਹੋਏ ਆ 6ਵੇਂ ਪਾਤਸ਼ਾਹ ਤੱਕ, 5 ਗੁਰੂ ਸਾਹਿਬਾਨਾਂ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਤਿਲਕ ਦੇ ਕੇ ਤੇ ਗੁਰਤਾ ਗੱਦੀ ਤੇ ਬਿਠਾਇਆ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਸੀ ਕਿ ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ, ਕਿ ਬਾਬਾ ਬੁੱਢਾ ਜੀ ਮੈਂ ਤੇਰੇ ਤੋਂ ਕਦੀ ਓਲੇ ਨਹੀਂ ਹੋਵਾਂਗਾ, ਤੂੰ ਜਿੱਥੇ ਹੋਵੇਂਗਾ ਉੱਥੇ ਸਾਡੀ ਸਿੱਖੀ ਹੋਵੇਗੀ। ਤੇ ਸਾਧ ਸੰਗਤ, ਐਸੇ ਬਾਬਾ ਬੁੱਢਾ ਜੀ ਦਾ ਆਪਾਂ ਜਿਹੜਾ ਜੀਵਨ ਹੈ ਵਾਚਣਾ ਹੈ, ਵਿਚਾਰਨਾ ਹੈ। ਸੋ ਆਓ ਕਲਾਸ ਦੀ ਆਰੰਭਤਾ ਕਰੀਏ। ਬਾਬਾ ਬੁੱਢਾ ਜੀ ਦਾ ਜੀਵਨ ਜਿਹੜਾ ਹੈ ਆਪ ਜੀ ਸਰਵਣ ਕਰੋ। ਸਾਧ ਸੰਗਤ, ਬਾਬਾ ਬੁੱਢਾ ਜੀ ਦਾ ਜਨਮ ਜਿਹੜਾ ਹੈ ਉਹ 22 ਅਕਤੂਬਰ 1506 ਨੂੰ ਪਿੰਡ ਗੱਗੋ ਨੰਗਲ, ਜਿਹਨੂੰ ਕੱਥੂ ਨੰਗਲ ਕਿਹਾ ਜਾਂਦਾ ਹੈ, ਉੱਥੇ ਹੋਇਆ ਸੀ। ਪਹਿਲਾ ਨਾਮ ਗੱਗੋ ਨੰਗਲ ਸੀ, ਫਿਰ ਕੱਥੂ ਨੰਗਲ। ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਤੇ ਭਾਈ ਸੁੱਗਾ ਰੰਧਾਵਾ ਇਹਨਾਂ ਦੇ ਪਿਤਾ ਦਾ ਨਾਮ ਹੈ। ਸੁੱਗਾ ਰੰਧਾਵਾ ਜੀ ਦੇ ਘਰ ਜਿਹੜਾ ਹੈ ਇਹਨਾਂ ਦਾ ਜਨਮ ਹੋਇਆ ਤੇ ਭਾਈ ਸੁੱਗਾ ਰੰਧਾਵਾ ਜੀ 22 ਪਿੰਡਾਂ ਦੇ ਮਾਲਕ ਸਨ। ਤੇ ਬਾਬਾ ਬੁੱਢਾ ਜੀ ਦੀ ਜਿਹੜੀ ਮਾਤਾ ਸੀ ਉਹਨਾਂ ਦਾ ਨਾਮ ਗੌਰਾਂ ਸੀ। ਮਾਤਾ ਦਾ ਨਾਮ ਬੀਬੀ ਗੌਰਾਂ ਸੀ ਤੇ ਬੜੀ ਬੰਦਗੀ ਵਾਲੇ, ਭਜਨ ਬੰਦਗੀ ਵਾਲੇ ਸਨ, ਜਿਨ੍ਹਾਂ ਦਾ ਪ੍ਰਭਾਵ ਬਾਬਾ ਬੁੱਢਾ ਜੀ ਤੇ ਬੜਾ ਜ਼ਿੰਦਗੀ ਤੇ ਬੜਾ ਵੱਡਾ ਪ੍ਰਭਾਵ ਸੀ ਤੇ ਬੜਾ ਵੱਡਾ ਪ੍ਰਭਾਵ ਸੀ। ਤੇ ਨਾਲ ਹੀ ਸਾਧ ਸੰਗਤ, ਮਾਪਿਆਂ ਨੇ ਬਚਪਨ ਦੇ ਵਿੱਚ ਨਾਮ ਰੱਖਿਆ ਸੀ ਬੂੜਾ। ਬਾਬਾ ਬੁੱਢਾ ਜੀ ਦਾ ਨਾਮ ਬੂੜਾ ਰੱਖਿਆ ਸੀ। ਬਚਪਨ ਇਹਨਾਂ ਦਾ ਕੱਥੂ ਨੰਗਲ ਦੇ ਵਿੱਚ ਹੀ ਬੀਤਿਆ। ਬਾਅਦ ਵਿੱਚ ਇਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਰਾਮਦਾਸ, ਜਿਹਨੂੰ ਰਾਮਦਾਸ ਕਿਹਾ ਜਾਂਦਾ, ਉਸ ਪਿੰਡ ਦੇ ਵਿੱਚ ਆਣ ਵਸਿਆ। ਪਹਿਲੋਂ ਕੱਥੂ ਨੰਗਲ 'ਚ ਜਨਮ ਹੋਇਆ, ਫਿਰ ਪਰਿਵਾਰ ਇਹਨਾਂ ਦਾ ਕੱਥੂ ਨੰਗਲ ਤੋਂ ਉੱਠ ਕੇ ਰਾਮਦਾਸ ਚਲਾ ਗਿਆ, ਜਿੱਥੇ ਬਾਬਾ ਬੁੱਢਾ ਜੀ ਦਾ ਜਿਹੜਾ ਹੈ ਉਹ
ਜੋਤੀ ਜੋਤ ਦਿਵਸ ਭਾਵ ਜਿਸ ਦਿਨ ਕਾਲ ਚਲਾਣਾ ਕਰਦੇ, ਕਾਲ ਚਲਾਣਾ ਦਿਵਸ ਜਿਹੜਾ ਉਹ ਰਮਦਾਸ ਵਿਖੇ ਮਨਾਇਆ ਜਾਂਦਾ। ਇਹਨਾਂ ਦਾ ਜਨਮ ਦਿਨ ਜਿਹੜਾ ਮਨਾਇਆ ਜਾਂਦਾ ਬਾਬਾ ਬੁੱਢਾ ਜੀ ਦਾ, ਉਹ ਮਨਾਇਆ ਜਾਂਦਾ ਹੈ ਕੱਥੂ ਨੰਗਲ, ਤੇ ਰਮਦਾਸ ਵਿਖੇ ਇਹਨਾਂ ਦਾ ਕਾਲ ਚਲਾਣਾ ਦਿਵਸ ਮਨਾਇਆ ਜਾਂਦਾ ਬਾਬਾ ਬੁੱਢਾ ਜੀ ਦਾ। ਹੋਇਆ ਕੀ ਸੀ, ਗੁਰੂ ਨਾਨਕ ਸਾਹਿਬ ਦੀ ਸੰਗਤ ਚ ਕਿਵੇਂ ਆਏ ਇਹ ਆਪਾਂ ਵਾਚ ਲਈਏ ਪਹਿਲਾਂ। ਇੱਕ ਦਿਨ ਮੱਝਾਂ ਚਾਰਦੇ ਖੇਤਾਂ ਵੱਲ ਗਏ ਬਾਬਾ ਬੁੱਢਾ ਜੀ, ਤੇ ਉਹਨਾਂ ਵੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਨਮਸਕਾਰ ਕੀਤੀ, ਨਾਮ ਬੂੜਾ ਹੈ। ਉਸ ਵੇਲੇ 12 ਕੁ ਸਾਲ ਦੀ ਉਮਰ ਹੈ ਬਾਬਾ ਬੁੱਢਾ ਜੀ ਦੀ, ਤੇ ਪ੍ਰੇਮ ਭਾਵ ਦੇ ਵਿੱਚ ਉਹ ਗੁਰੂ ਜੀ ਨੂੰ ਮੱਝ ਦਾ ਦੁੱਧ ਚੋ ਕੇ ਲਿਆ ਕੇ ਭੇਟ ਕੀਤਾ ਹੈ ਕਿ ਮਹਾਰਾਜ ਛਕੋ। ਤੇ ਬਾਬਾ ਜੀ ਸਤਿਗੁਰਾਂ ਨੇ ਛਕਿਆ ਹੈ, ਤੇ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਕੋਈ ਰਸਤਾ ਦੱਸੋ ਵਾਹਿਗੁਰੂ ਦੇ ਨਾਮ ਪ੍ਰਾਪਤੀ ਦਾ, ਉਸ ਅਕਾਲ ਪੁਰਖ ਦੀ ਪ੍ਰਾਪਤੀ ਦਾ ਕੋਈ ਮਹਾਰਾਜ ਰਸਤਾ ਦੱਸਣਾ ਕਰੋ। ਇਹ ਸ਼ਬਦ ਸੁਣ ਕੇ ਸਤਿਗੁਰਾਂ ਨੇ ਕਿਹਾ ਭਾਈ ਤੇਰਾ ਨਾਮ ਕੀ ਹੈ? ਤੇ ਬਾਬਾ ਬੁੱਢਾ ਨੇ ਕਿਹਾ ਮਹਾਰਾਜ ਮੇਰਾ ਨਾਮ ਬੂੜਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਤੇਰੀ ਉਮਰ ਤੇ ਬੜੀ ਛੋਟੀ ਹੈ, ਪਰ ਗੱਲਬਾਤ ਤੇਰੀ ਬੁੱਢੀਆਂ ਵਰਗੀ ਹੈ, ਸਿਆਣਿਆਂ ਵਰਗੀ। ਤੂੰ ਬੂੜਾ ਨਹੀਂ ਤੂੰ ਬੁੱਢਾ ਹੈ। ਸਤਿਗੁਰਾਂ ਨੇ ਬਚਨ ਕਿਹਾ ਕਿ ਬੂੜਿਆ ਤੂੰ ਬੂੜਾ ਨਹੀਂ ਤੂੰ ਬੁੱਢਾ ਹੈ, ਗੱਲਾਂ ਤੇਰੀਆਂ ਬੜੀਆਂ ਬੁੱਢਿਆਂ ਵਰਗੀਆਂ, ਭਾਵ ਤੂੰ ਬੜਾ ਸਿਆਣਾ ਹੈ। ਉਸ ਦਿਨ ਤੋਂ ਬਾਅਦ ਬੂੜੇ ਤੋਂ ਬਾਬਾ ਬੁੱਢਾ ਜੀ ਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ। ਤੇ ਬੁੱਢਾ ਪੈ ਗਿਆ, ਸਾਰੇ ਬਾਬਾ ਬੁੱਢਾ ਜੀ ਸਤਿਕਾਰ ਦੇ ਨਾਲ ਕਹਿਣ ਲੱਗ ਪਏ। ਹਰ ਕੋਈ ਬਾਬਾ ਬੁੱਢਾ ਜੀ ਨੂੰ ਸਤਿਕਾਰ ਦੇ ਨਾਲ ਬਾਬਾ ਬੁੱਢਾ ਜੀ ਕਹਿ ਕੇ ਜਿਹੜਾ ਸੀ ਉਹ ਸੰਬੋਧਨ ਕਰਦਾ ਸੀ। ਅੱਜ ਵੀ ਐਸਾ ਉਹਨਾਂ ਨੂੰ ਸਤਿਕਾਰ ਨਾਲ ਬਾਬਾ ਬੁੱਢਾ ਜੀ ਕਹਿੰਦੇ ਆ। ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਬੜੇ ਸੱਚੇ ਸਿੱਖ ਬਣ ਗਏ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ 'ਚ ਖੇਤੀਬਾੜੀ ਦਾ ਕੰਮ ਨਿਭਾਉਂਦੇ ਤੇ ਨਾਮ ਜਪਦੇ। ਤੇ ਉਹਨਾਂ ਦੇ ਜੀਵਨ ਦੇ ਵਿੱਚ ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣ ਦਾ ਉਪਦੇਸ਼ ਉਹਨਾਂ ਨੇ ਬੜੀ ਸ਼ਰਧਾ ਦੇ ਨਾਲ ਕਮਾਇਆ। ਤੇ ਸਾਖੀ ਵੀ ਆਉਂਦੀ ਹੈ, ਜਦੋਂ ਮਹਾਰਾਜ ਨੇ ਪੁੱਛਿਆ ਕਿ ਬੁੱਢਿਆ ਤੈਨੂੰ ਗਿਆਨ ਕਿੱਥੋਂ ਮਿਲਿਆ ਕਿ ਰੱਬ ਦੀ ਗੱਲ ਕੋਈ ਦੱਸਣੀ ਹੈ? ਤੇ ਉਸ ਸਮੇਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਮਹਾਰਾਜ ਸਾਡੇ ਨਾ ਖੇਤ ਜਿਹੜੇ ਆ ਨਾ, ਹੁਣੇ ਆਪ ਜੀ ਨੇ ਸਰਵਣ ਕੀਤਾ ਕਿ 22 ਪਿੰਡਾਂ ਦੇ ਮਾਲਕ ਸਨ ਇਹਨਾਂ ਦੇ ਪਿਤਾ ਜੀ। ਤੇ ਕਹਿੰਦੇ ਆ ਕਿ ਸਾਡੇ ਮਹਾਰਾਜ ਜਿਹੜੇ ਖੇਤ ਆ ਨਾ, ਉਹਨਾਂ ਦੇ ਵਿੱਚ ਦੀ ਘੋੜੇ ਲੰਘੇ ਕੱਲ, ਫੌਜਾਂ ਲੰਘੀਆਂ, ਤੇ ਮਹਾਰਾਜ ਘੋੜਿਆਂ ਨੇ ਸਾਰੀ ਦੀ ਸਾਰੀ ਜਿਹੜੀ ਕੱਚੀ ਫਸਲ ਸੀ ਉਹ ਮਿੱਧ ਦਿੱਤੀ। ਤੇ ਸਤਿਗੁਰੂ ਮੈਨੂੰ ਲੱਗਾ ਕਿ ਜੀਵਨ ਤੇ ਇੰਨਾ ਕੀ ਹੈ, ਪਤਾ ਨਹੀਂ ਛੋਟੀ ਉਮਰ ਦੇ ਵਿੱਚ ਹੀ ਨਾ ਚਲਾ ਜਾਵਾਂ। ਇਸ ਕਰਕੇ ਮਹਾਰਾਜ ਮੈਂ ਸੋਚਿਆ ਕੋਈ ਰੱਬ ਦੀ ਗੱਲ ਤੁਹਾਡੇ ਕੋਲ ਲੈ ਲਵਾਂ। ਫਿਰ ਮਹਾਰਾਜ ਨੇ ਆਪਣੀ ਗੱਲ ਨਾਲ ਲਾ ਕੇ ਬਾਬਾ ਬੁੱਢਾ ਜੀ ਨੂੰ ਸਿੱਖੀ ਦਾ ਉਪਦੇਸ਼ ਦਿੱਤਾ ਸੀ। ਫਿਰ ਸਾਧ ਸੰਗਤ ਬਾਬਾ ਬੁੱਢਾ ਜੀ ਦਾ ਵਿਆਹ ਜਿਹੜਾ ਸੀ ਉਹ 1590 ਈਸਵੀ ਦੇ ਵਿੱਚ ਅਚਲ ਪਿੰਡ ਦੇ, ਅਚਲ ਬਟਾਲਾ ਜਿਹਨੂੰ ਕਿਹਾ ਜਾਂਦਾ, ਅਚਲ ਬਟਾਲਾ, ਬਟਾਲਾ ਵੱਖਰਾ ਹੈ, ਚੱਲ ਵੱਖਰਾ ਹੈ। ਚੱਲ ਪਿੰਡ ਦਾ ਇੱਕ ਜ਼ਿਮੀਂਦਾਰ ਸੀ, ਉਹਦੀ ਲੜਕੀ ਦਾ ਨਾਂ ਸੀ ਮਰੋਆ। ਉਹਦੇ ਨਾਲ ਬਾਬਾ ਬੁੱਢਾ ਜੀ ਦਾ ਜਿਹੜਾ ਸੀ ਉਹ ਵਿਆਹ ਹੋਇਆ। ਤੇ ਬਾਬਾ ਬੁੱਢਾ ਜੀ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਕਈ ਇਤਿਹਾਸਕਾਰ ਜਿਹੜੇ ਹੈ ਉਹ ਇਹ ਵੀ ਮੰਨਦੇ ਕਿ ਬਾਬਾ ਬੁੱਢਾ ਜੀ ਦੇ 4 ਪੁੱਤਰ ਸਨ। 4 ਪੁੱਤਰਾਂ ਦਾ ਜ਼ਿਕਰ ਵੀ ਇਤਿਹਾਸ ਦੇ ਵਿੱਚ ਆਉਂਦਾ ਹੈ। ਤੇ ਕੁਝ ਸਮੇਂ ਬਾਅਦ ਉਹਨਾਂ ਦੇ ਪਿਤਾ ਜੀ ਕਾਲ ਚਲਾਣਾ ਕਰ ਗਏ, ਤੇ ਅਜੇ ਉਹਨਾਂ ਨੂੰ ਕਹਿੰਦੇ ਕਿ 17 ਦਿਨ ਵੀ ਨਹੀਂ ਹੋਏ ਸਨ ਕਿ ਪਿੱਛੋਂ ਉਹਨਾਂ ਦੀ ਮਾਤਾ ਗੌਰਾ ਵੀ ਆਪਣੇ ਪਤੀ ਦੇ ਮਗਰ ਹੀ ਤੁਰ ਗਈ। ਮਾਤਾ ਦਾ ਦੇਹਾਂਤ ਵੀ ਹੋ ਗਿਆ। ਹੁਣ ਬਾਬਾ ਬੁੱਢਾ ਜੀ ਜਦੋਂ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ, ਫਿਰ ਆਪ ਵੀ ਬਾਬਾ ਬੁੱਢਾ ਜੀ ਸਿੱਧਾ ਗੁਰੂ ਸਾਹਿਬ ਦੀ ਸ਼ਰਨ ਚ ਆ ਗਏ, ਗੁਰੂ ਘਰ ਦੇ ਵਿੱਚ ਹੀ ਆ ਗਏ। ਤੇ ਉਹਨਾਂ ਨੇ ਆਪਣੇ ਗ੍ਰਸਤੀ ਜੀਵਨ ਨੂੰ ਤੇ ਗੁਰੂ ਘਰ ਦੀ ਸੇਵਾ ਦੇ ਕੰਮ ਨੂੰ ਬੜੀ ਸ਼ਰਧਾ ਦੇ ਨਾਲ ਨਿਭਾਇਆ। ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੋਂ ਬਾਹਰ ਕਰਤਾਰਪੁਰ ਆ ਗਏ, ਤੇ ਬਾਬਾ ਬੁੱਢਾ ਜੀ ਆਪਣੇ ਪਰਿਵਾਰ ਦੇ ਨਾਲ ਕਰਤਾਰਪੁਰ ਜਾ ਵਸੇ ਸਨ। ਤੇ ਉੱਥੇ ਹੀ ਫਿਰ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ ਸਨ। ਕਰਤਾਰਪੁਰ, ਜਿੱਥੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ ਸੀ, ਉੱਥੇ ਫਿਰ ਇਹ ਸੇਵਾ ਕਰਨ ਲੱਗ ਪਏ। ਹੁਣ ਬਾਬਾ ਬੁੱਢਾ ਜੀ ਇੱਥੇ ਸੇਵਾ ਕਰਦੇ ਆ, ਫਿਰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ। ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ 6 ਮਹੀਨੇ ਤੱਕ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੇ ਆਪ ਨੂੰ ਸੰਗਤਾਂ ਤੋਂ ਓਹਲੇ ਕਰ ਲਿਆ। ਸਤਿਗੁਰੂ ਆਪਣੇ ਭੂਆ ਜਿਹੜੀ ਸੀ ਮਾਈ ਭਰਾਈ, ਉਹਨਾਂ ਦੇ ਘਰ ਜਾ ਕੇ ਲੁਕ ਗਏ, ਉੱਥੇ ਬੰਦਗੀ ਕਰਨ ਲੱਗ ਪਏ। ਮਹਾਰਾਜ ਨੇ ਬਾਹਰ ਗੇਟ ਤੇ ਲੈ ਕੇ ਲਾ ਦਿੱਤਾ ਦਰਵਾਜ਼ੇ ਤੇ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ। ਤੇ ਹੁਣ ਸੰਗਤਾਂ ਬੜੀਆਂ ਵਿਆਕੁਲ ਹੋ ਗਈਆਂ। 6 ਮਹੀਨੇ ਲੰਘ ਗਏ। ਸੰਗਤਾਂ ਨੇ ਫਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਬੁੱਢਾ ਜੀ ਤੁਹਾਨੂੰ ਸਤਿਗੁਰਾਂ ਨੇ ਇਹ ਵਰ ਦਿੱਤਾ ਹੈ ਕਿ ਬੁੱਢਿਆ ਤੇ ਤੋਂ ਓਹਲੇ ਕਦੇ ਨਾ ਹੋਸਾਂ,
ते महाराज तुहाडे तो ते गुरु साहब बोले नहीं है, बाबा बुड्ढा जी कृपा करो, सानू धन गुरु अंगद देव महाराज दे दर्शन कराओ। फिर बाबा बुड्ढा जी कीर्तन करते हुए खडूर साहब की धरती ते पहुंचते आ। इत्थे आण के माई वैराई, माई भराई भी कहा जाता है, जो गुरु अंगद देव महाराज दे भूआ जी सन। उन्हां दे घर जाके धन गुरु अंगद देव महाराज जी अंदर बैठे सन ते बाहर बैठ के बाबा बुड्ढा जी ने कीर्तन किया। दरवाजे ते लिखिया सी कि कोई भी दरवाजा जिहड़ा खोलेगा वो साडा सिख नहीं होएगा। कुछ इतिहासकार कहते कि सतगुरां ने पिछली कंध पाड़ी ते उधर दे अंदर चले गए, ते पर कुछ इतिहास कहते हैं कि बाबा बुड्ढा जी बाहर कीर्तन किया जदों गुरु नानक साहब की बाणी का, ते फिर अपने आप ही धन गुरु अंगद देव महाराज ने बाणी के सत्कार वजों बूहा खोल दिता ते आप आण के संगत च बैठ गए सन। ते इस तो बाद साध संगत गुरु अंगद देव महाराज नूं प्रगट कीता सी गुरु बाबा बुड्ढा जी ने। इस तो बाद गुरु अंगद देव जी ने अपना केंद्र खडूर साहब च स्थापित किया। खडूर साहब सिੱਖੀ ਦਾ प्रचार कर लग पे सन गुरु अंगद देव जी। ते बाबा बुड्ढा जी फिर इत्थे ही आके टिक गए खडूर साहब। इत्थे गुरु जी के हुक्म के अनुसार गुरमुखी लिपि विच विद्या देनी, लंगर की सेवा करनी आरंभ कर दी बाबा बुड्ढा जी ने। ते जदों गुरु जी ने गोइंदवाल शहर वसाया ते उत्थे ऊच नीच छूत छात के विरुद्ध जिहड़ी सांझी बौली का निर्माण किया सी, ਉਹਦੀ सारी जिम्मेवारी बाबा बुड्ढा जी ने सौंपी सी। जिहड़ी बौली बनाई सी ना सतगुरां ने इत्थे गोइंदवाल साहब, ਉਹਦਾ काम गुरु अमरदास महाराज ते बाबा बुड्ढा जी ने दिता गया सी। ते बाबा बुड्ढा जी माता खीवी जी नाल रल के लंगर की सेवा देख रेख जिहड़ी ये बाबा बुड्ढा जी करदे सन। खडूर साहब दा लंगर जिहड़ा सी ना, ਉਹਦੀ सारी जिहड़ी सी साध संगत देखभाल साम संभाल ਉਹ बाबा बुड्ढा जी ते माता खीवी जी करिया करदे सी। फिर जदों गुरु अमरदास महाराज गुरता गद्दी ते बैठे आ, एक दिन भरे दरबार दे विच दातू ने लत्त मारी है गुरु अंगद देव महाराज दे पुत्र ने बाबा बुड्ढा जी दे वाहिगुरु गुरु अमरदास महाराज दे लत्त मारी ते कहा कि तू साडा नौकर है, हुण सानू तेरी कोई लोड़ नहीं। निमरता ते पुंज गुरु अमरदास महाराज ने चरण फड़ ले भाई दातू जी दे, बाबा दातू जी दे चरण फड़ के कहा है कि महाराज तुहाडियां जिहड़े चरण बड़े कोमल आ, मेरा शरीर बुढ़ा है ते तुहानू कोई सट ना लग गई होवे, लियाओ मैं घुट दियां। ते फिर ਉਹ चले गए। उस तो बाद दूजे दिन गुरु साहब खडूर साहब छड्ड के दरबार छड्ड के बासर के चले गए। बासर के गुरु अमरदास महाराज दा अपना पिंड सी। सतगुरु बासर के चले गए। संगतां नूं जदों गुरु साहब दे दर्शन ना होए ते संगतां फिर व्याकुल हो गईयां कि महाराज किधर चले गए। फिर बाबा बुड्ढा जी कोल फिर संगतां आईयां ते बाबा बुड्ढा जी ने विਉਂਤ अनुसार गुरु अमरदास जी दी जिहड़ी घोड़ी सी, जिहड़ी सतगुरां नूं गुरु अमरदास महाराज नूं भेज दित्ती सी भाई पारो परमहंस होना ने, ਉਹ ਘੋੜੀ ਦੇ ਪਿੱਛੇ ਕੀਰਤਨ ਕਰਦੇ ਕਰਦੇ ਬਾਬਾ ਬੁੱਢਾ ਜੀ ਤੇ ਸਾਰੀ ਸੰਗਤ ਬਾਸਰ ਕੇ ਪਹੁੰਚੀ। ਤੇ ਜਦੋਂ ਗਾਂ ਵੇਖਦੇ ਆ ਕਿ ਅੱਗੇ ਦਰਵਾਜ਼ੇ ਤੇ ਲਿਖਿਆ ਸੀ ਜਿਹੜਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰੇਗਾ ਉਹ ਸਾਡਾ ਸਿੱਖ ਨਹੀਂ ਹੋਏਗਾ ਬਾਸਰ ਕੇ ਵਿਖੇ। ਤੇ ਸਾਧ ਸੰਗਤ ਜਦੋਂ ਇਹ ਗੱਲ ਲਿਖੀ ਵੇਖੀ ਫਿਰ ਬਾਬਾ ਬੁੱਢਾ ਜੀ ਨੇ ਹੁਕਮ ਦੀ ਅਦੁਲੀ ਨਾ ਕਰਦੇ ਹੋਏ ਪਿਛਲੇ ਪਾਸੇ ਕੰਧ ਦੇ ਵਿੱਚ ਮਗੋਰਾ ਕਰ ਲਿਆ, ਸੰਨ ਮਲਾ ਲਈ ਸੰਨ ਲਾ ਕੇ ਤੇ ਅੰਦਰ ਗਏ ਤੇ ਸਭ ਤੋਂ ਪਹਿਲਾਂ ਜਾ ਕੇ ਸਤਿਗੁਰਾਂ ਦੇ ਘੁੱਟ ਕੇ ਚਰਨ ਫੜ ਲਏ ਆ, ਮਰ ਨੂੰ ਜੱਫੀ ਪਾਈ ਆ ਤੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਸੰਗਤ ਦਾ ਖੇਵਟ ਸਿੱਖੀ ਦੀ ਹੱਦ ਕਹਿ ਕੇ ਨਵਾਜਿਆ ਤੇ ਕਿਹਾ ਕਿ ਤੁਸੀਂ ਬਾਬਾ ਜੀ ਸੱਚੀ ਤੁਸੀਂ ਹੱਦ ਹੋ ਸਿੱਖੀ ਦੀ। ਤੇ ਫਿਰ ਸੰਗਤਾਂ ਨੂੰ ਦਰਸ਼ਨ ਦਿੱਤੇ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਮਹਾਰਾਜ ਨੇ। ਤੇ ਫਿਰ ਸਤਿਗੁਰਾਂ ਨੇ ਉੱਥੇ ਵਰ ਦਿੱਤਾ ਸੀ ਕਿ ਬਾਬਾ ਬੁੱਢਾ ਜੀ ਜਿਸ ਰਸਤੇ ਥਾਣੀ ਤੁਸੀਂ ਆਏ ਹੋ ਇੱਧਰ ਦੀ ਸਾਰੀ ਸੰਗਤ ਅੰਦਰ ਆਵੇਗੀ ਤੇ ਉਹਨਾਂ ਨੂੰ ਸਾਡੇ ਖੁੱਲੇ ਦਰਸ਼ਨ ਹੋਣਗੇ ਤੇ ਜਿਹੜਾ ਇੱਧਰ ਦੇ ਆਏਗਾ ਉਹਦਾ ਜਨਮ ਮਰਨ ਕੱਟਿਆ ਜਾਏਗਾ। ਅੱਜ ਵੀ ਸਨ ਸਾਹਿਬ ਗੁਰਦੁਆਰਾ ਬਾਸਰ ਕੇ ਵਿਖੇ ਹੈਗਾ ਹੈ, ਸੰਗਤਾਂ ਦਰਸ਼ਨ ਕਰਦੀਆਂ। ਫਿਰ ਜਦੋਂ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਉਪਰੰਤ ਪਰਗਣਾ ਝਬਾਲ ਦੇ 12 ਪਿੰਡ ਗੁਰੂ ਸਾਹਿਬ ਨੂੰ ਭੇਟ ਕੀਤੇ ਗਏ। ਜਦੋਂ ਅਕਬਰ ਬਾਦਸ਼ਾਹ ਚਿਤੌੜ ਦਾ ਕਿਲ੍ਹਾ ਫਤਿਹ ਕਰਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਸੀ ਤੇ ਮਹਾਰਾਜ ਨੂੰ ਕਿਹਾ ਸੀ ਮਹਾਰਾਜ ਤੁਹਾਡੇ ਨਾਮ ਕੁਛ ਲਾ ਦਈਏ ਤੇ ਸਤਿਗੁਰਾਂ ਨੇ ਕਿਹਾ ਸੀ ਨਹੀਂ ਅਸੀਂ ਨਹੀਂ ਕੁਛ ਵੀ ਲੈਣਾ। ਫਿਰ ਝਬਾਲ ਵਾਲੇ ਪਾਸੇ ਦੀ ਜਿਹੜੀ ਜ਼ਮੀਨ ਸੀ ਉਹ ਜ਼ਮੀਨ ਦਾ ਜਿਹੜਾ ਸਾਧ ਸੰਗਤ ਸਾਰੇ ਦਾ ਸਾਰਾ ਡੇਰਾ ਸੀ ਉਹ ਇਹਨੇ ਅਕਬਰ ਬਾਦਸ਼ਾਹ ਨੇ ਬੀਬੀ ਭਾਨੀ ਜੀ ਦੇ ਨਾਮ ਲਾਇਆ ਸੀ। ਫਿਰ ਬਾਬਾ ਬੁੱਢਾ ਜੀ ਨੂੰ ਉਹ ਸਾਰੀ ਦਾ ਮੁਖਤਿਆਰ ਬਣਾਤਾ ਜ਼ਮੀਨ ਦਾ
ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਕਿ ਬਾਬਾ ਬੁੱਢਾ ਜੀ ਤੁਸੀਂ ਹੁਣ ਉੱਥੇ ਚਲੇ ਜਾਓ ਤੇ ਉੱਥੇ ਜਾ ਕੇ ਰਿਹਾਇਸ਼ ਕਰੋ ਤੇ ਉੱਥੇ ਹੀ ਤੁਸੀਂ ਜਿਹੜਾ ਹੈ ਸਾਡੀ ਜ਼ਮੀਨ ਦੀ ਸਾਂਭ ਸੰਭਾਲ ਕਰਨੀ ਹੈ। ਸੰਗਤਾਂ ਵਾਸਤੇ ਉੱਥੋਂ ਹੀ ਕਣਕ ਆਦਿਕ ਜੋ ਵੀ ਆ ਅਨਾਜ ਪੈਦਾ ਹੋਏਗਾ ਤੇ ਲੰਗਰ ਚੋਂ ਹੀ ਵਰਤਿਆ ਕਰੇਗਾ। ਤੇ ਬਾਬਾ ਬੁੱਢਾ ਜੀ ਫਿਰ ਸਤਿਗੁਰਾਂ ਦਾ ਹੁਕਮ ਮੰਨ ਕੇ, ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਮੰਨ ਕੇ ਗੋਇੰਦਵਾਲ ਤੋਂ ਝਬਾਲ ਦਾ ਪਿੰਡ ਹੈ ਢੰਡ ਕਸੇਲ, ਇਹਦੇ ਵਿੱਚ ਇੱਕ ਵਿਰਾਨ ਜਗ੍ਹਾ ਸੀ, ਉੱਥੇ ਆਣ ਕੇ ਡੇਰਾ ਲਾਇਆ ਤੇ ਇੱਥੇ ਫਿਰ ਬਾਬਾ ਬੁੱਢਾ ਜੀ ਜਿਹੜੇ ਆ ਉਹ ਗੁਰੂ ਘਰ ਦਾ ਖੇਤੀਬਾੜੀ ਦਾ ਕੰਮ ਸੰਭਾਲਣ ਲੱਗ ਪਏ ਇਸ ਜਗ੍ਹਾ ਦੇ ਉੱਤੇ ਡੇਰਾ ਲਾ ਕੇ, ਜਿਹਨੂੰ ਅੱਜ ਕੱਲ ਬੀੜ ਬਾਬਾ ਬੁੱਢਾ ਸਾਹਿਬ ਕਿਹਾ ਜਾਂਦਾ ਹੈ। ਉਸ ਬੀੜ ਬਾਬਾ ਬੁੱਢਾ ਸਾਹਿਬ ਵਾਲੀ ਜਗ੍ਹਾ ਤੇ ਵਿਰਾਨ ਜਗ੍ਹਾ ਦੇ ਉੱਤੇ ਬਾਬਾ ਬੁੱਢਾ ਜੀ ਨੇ ਡੇਰਾ ਲਾਇਆ। ਫਿਰ ਇੱਥੇ ਹੀ ਸਾਧ ਸੰਗਤ ਗੁਰੂ ਸਾਹਿਬ ਬਾਬਾ ਬੁੱਢਾ ਜੀ ਮਾਲ ਡੰਗਰਾਂ ਦੀ ਚਾਰਿਆ ਕਰਦੇ ਸਨ, ਇਹਨੂੰ ਬੀੜ ਆਖਦੇ ਸਨ। ਇਸ ਬੀੜ ਦੇ ਵਿਚਲੇ ਜਿਹੜੇ ਮਾਲ ਡੰਗਰ ਦੀ ਸੰਭਾਲ ਸੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਤੇ ਬਾਬਾ ਜੀ ਸਾਰੀ ਉਮਰ ਦਾ ਬਹੁਤ ਸਾਰਾ ਹਿੱਸਾ ਇਸ ਜਗ੍ਹਾ ਦੇ ਉੱਤੇ ਬੀੜ ਬਾਬਾ ਬੁੱਢਾ ਸਾਹਿਬ ਵੀ ਫੇਰ ਗੁਜ਼ਾਰਿਆ। ਇੱਥੇ ਹੀ ਗੁਰੂ ਘਰ ਦੀ ਸੇਵਾ ਕਰਦੇ ਆਪਣਾ ਸਮਾਂ ਜਿਹੜਾ ਗੁਜ਼ਾਰਿਆ। ਇੱਥੇ ਖੇਤੀਬਾੜੀ ਕਰਦੇ, ਜਿੰਨਾ ਵੀ ਅਨਾਜ ਪੈਦਾ ਹੁੰਦਾ ਉਹ ਸਾਰੇ ਦਾ ਸਾਰਾ ਪਹਿਲਾਂ ਗੋਂਦਵਾਲ ਜਾਇਆ ਕਰਦਾ। ਫਿਰ ਉਸ ਤੋਂ ਬਾਅਦ ਜਦੋਂ ਸਤਿਗੁਰੂ ਅੰਮ੍ਰਿਤਸਰ ਵਿਖੇ ਆ ਗਏ, ਚੱਕ ਰਾਮਦਾਸਪੁਰ ਵਸਾਲਿਆ, ਫਿਰ ਇੱਥੇ ਅਨਾਜ ਆਇਆ ਕਰਦਾ। ਲੰਗਰ ਦਾ ਪ੍ਰਬੰਧ ਜਿਹੜਾ ਸੀ ਇਸ ਤਰ੍ਹਾਂ ਚੱਲਿਆ ਕਰਦਾ ਸੀ। ਤੇ ਫਿਰ ਬਾਬਾ ਬੁੱਢਾ ਜੀ ਇੱਥੋਂ ਘਾਹ ਖੋਦ ਕੇ ਗੁਰੂ ਘਰ ਦੇ ਘੋੜੀਆਂ ਵਾਸਤੇ, ਗਊਆਂ ਵਾਸਤੇ, ਮੱਝਾਂ ਵਾਸਤੇ ਉਹ ਘਾਹ ਆਦਿਕ ਜਿਹੜਾ ਸੀ ਆਪਣੇ ਹੱਥੀਂ ਕੁਤਰ ਕੇ ਉਹਨਾਂ ਨੂੰ ਪਾਇਆ ਕਰਦੇ ਸੀ। ਤੇ ਇਸ ਲਈ ਹੁਣ ਆਪਣੇ ਆਪ ਨੂੰ ਗੁਰੂ ਘਰ ਦਾ ਘਾਹ ਖੋਤਣ ਵਾਲਾ ਵੀ ਕਿਹਾ ਕਰਦੇ ਸੀ। ਕਿਉਂਕਿ ਏਦਾਂ ਹੀ ਸਾਧ ਸੰਗਤ ਹੋਇਆ। ਫਿਰ ਇੱਕ ਦਿਨ ਜਦੋਂ ਸਮਾਂ ਬੀਤਿਆ ਹੈ ਤੇ ਸਾਧ ਸੰਗਤ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ ਆਇਆ ਤੇ ਉਸ ਸਮੇਂ ਫਿਰ ਮਾਤਾ ਗੰਗਾ ਜੀ ਦੇ ਘਰ ਕੋਈ ਪੁੱਤਰ ਨਹੀਂ ਸੀ। ਗੁਰੂ ਰਾਮਦਾਸ ਮਹਾਰਾਜ ਦਾ, ਗੁਰੂ ਅੰਗਦ ਦੇਵ ਮਹਾਰਾਜ ਦਾ ਜਦੋਂ ਸਮਾਂ ਆਇਆ ਅਰਜਨ ਦੇਵ ਜੀ ਦਾ, ਤੇ ਮਾਤਾ ਗੰਗਾ ਜੀ ਦੀ ਕੋਈ ਔਲਾਦ ਨਹੀਂ ਸੀ। ਤੇ ਜਦੋਂ ਸ਼ਰੀਕ ਮਿਹਣੇ ਮਾਰਦੇ ਸੀ ਤੇ ਸਤਿਗੁਰਾਂ ਦੇ ਹਜ਼ੂਰ ਬੇਨਤੀ ਕੀਤੀ, ਮਹਾਰਾਜ ਸਾਡੇ ਘਰੇ ਕੋਈ ਔਲਾਦ ਨਹੀਂ ਆ, ਰਹਿਮਤ ਕਰੋ। ਤੇ ਸਤਿਗੁਰਾਂ ਨੇ ਫਿਰ ਬਾਬਾ ਬੁੱਢਾ ਜੀ ਪਾਸ ਭੇਜਿਆ ਸੀ ਕਿ ਉਹ ਮਹਾਂਪੁਰਸ਼ ਹਨ, ਉਹਨਾਂ ਦੇ ਕੋਲ ਜਾਓ, ਆਸ਼ੀਰਵਾਦ ਲੈ ਕੇ ਆਓ। ਤੇ ਮਾਤਾ ਗੰਗਾ ਜੀ ਫਿਰ ਇਤਿਹਾਸ ਆਪ ਜੀ ਜਾਣੂ ਹੋ ਕਿ ਕਿਵੇਂ ਪਹਿਲੋਂ ਪਾਲਕੀਆਂ ਤੇ ਚੜ੍ਹ ਕੇ ਆਏ। ਜਦੋਂ ਪਾਲਕੀਆਂ ਚੜ੍ਹ ਕੇ ਆਏ ਤੇ ਬਾਬਾ ਬੁੱਢਾ ਜੀ ਨੇ ਸੁਭਾਵਿਕ ਕਹਿਤਾ, ਗੁਰੂ ਕਹਿਣ ਨੂੰ ਕਾਹਦੀ ਭੀੜ ਪੈ ਗਈ, ਬੜੇ ਭੱਜੇ ਆਉਂਦੇ ਆ। ਫਿਰ ਜਦੋਂ ਆਏ ਤੇ ਲਿਆ ਕੇ ਪ੍ਰਸ਼ਾਦਾ ਛਕਾਉਣਾ ਚਾਹਿਆ, ਬਾਬਾ ਬੁੱਢਾ ਜੀ ਕਹਿੰਦੇ ਨਹੀਂ, ਅਸੀਂ ਇਹੋ ਜਿਹੇ ਪ੍ਰਸ਼ਾਦੇ ਨਹੀਂ ਛਕਦੇ, ਜਾਓ ਕੋਈ ਗੱਲ ਨਹੀਂ। ਤੇ ਕਿਹਾ ਸੀ ਮਹਾਰਾਜ ਸਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਤੇ ਬਾਬਾ ਬੁੱਢਾ ਨੇ ਕਿਹਾ ਸੀ ਕਿ ਦੇਣ ਵਾਲਾ ਤੇ ਗੁਰੂ ਅਰਜਨ ਦੇਵ ਹੈ, ਤੁਸੀਂ ਉਹਨਾਂ ਦੇ ਕੋਲ ਬੇਨਤੀ ਕਰੋ, ਤੁਸੀਂ ਮੇਰੇ ਕੋਲ ਕੀ ਲੈਣ ਆਏ। ਫਿਰ ਉਸ ਤੋਂ ਬਾਅਦ ਮਾਤਾ ਗੰਗਾ ਜੀ ਵਾਪਸ ਚਲੇ ਗਏ। ਫਿਰ ਸਾਰੀ ਵਾਰਤਾ ਜਾ ਕੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸੀ ਕਿ ਮਹਾਰਾਜ ਬਾਬਾ ਬੁੱਢਾ ਜੀ ਨੇ ਕੋਈ ਢੰਗ ਦਾ ਜਵਾਬ ਨਹੀਂ ਦਿੱਤਾ, ਕੋਈ ਉਹਨਾਂ ਨੇ ਮੱਥੇ ਤੇ ਤਿਉੜੀਆਂ ਸਨ, ਉਹਨਾਂ ਨੇ ਕੋਈ ਕਿਸੇ ਪ੍ਰਕਾਰ ਦਾ ਜਿਹੜਾ ਹੈ ਖੁਸ਼ੀ ਨਹੀਂ ਕੀਤੀ। ਹਾਂ ਪ੍ਰਸ਼ਾਦਾ ਜ਼ਰੂਰ ਛਕਿਆ, ਪਰ ਉਹਨਾਂ ਜੋ ਮੇਰੇ ਮਨ ਵਿੱਚ ਸੀ ਉਸ ਪ੍ਰਕਾਰ ਨਹੀਂ ਹੋਇਆ। ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜਾਣੀ ਜਾਣ ਸਨ ਤੇ ਉਹਨਾਂ ਨੇ ਕਿਹਾ ਕਿ ਮਾਤਾ ਗੰਗਾ ਜੀ ਜੇ ਕੁਛ ਲੈਣਾ ਹੋਵੇ ਨਾ ਫਿਰ ਨਿਭ ਕੇ ਜਾਈਦਾ ਹੁੰਦਾ, ਇਸ ਤਰ੍ਹਾਂ ਨਹੀਂ ਜਾਈਦਾ। ਫਿਰ ਮਾਤਾ ਗੰਗਾ ਜੀ ਨੰਗੇ ਪੈਰੀ ਸਿਰ ਦੇ ਉੱਤੇ ਜਿਹੜਾ ਸੀ ਭੱਤਾ ਲੈ ਕੇ, ਰੋਟੀਆਂ ਲੈ ਕੇ, ਗੰਢੇ ਆਦਿਕ ਮਿੱਸੀਆਂ ਰੋਟੀਆਂ ਲੈ ਕੇ, ਲੱਸੀ ਲੈ ਕੇ ਬਾਬਾ ਬੁੱਢਾ ਜੀ ਦੇ ਕੋਲ ਬੀੜ ਸਾਹਿਬ ਪਹੁੰਚਦੇ ਆ, ਅੰਮ੍ਰਿਤਸਰ ਤੋਂ ਚੱਲ ਕੇ। ਫਿਰ ਜਦੋਂ ਮਾਤਾ ਜੀ ਨੂੰ ਆਉਂਦਿਆਂ ਵੇਖਦੇ ਆ ਤੇ ਇਤਿਹਾਸ ਕਹਿੰਦਾ ਕਿ ਬਾਬਾ ਬੁੱਢਾ ਜੀ ਉਸ ਸਮੇਂ ਘਾਹ ਖੋਤੀ ਜਾਂਦੇ ਸਨ, ਘਾਹ ਵੱਢਦੇ ਸਨ। ਘਾਹ ਵੱਢਦਿਆਂ ਨਿਗਾਹ ਪੈ ਗਈ ਤੇ ਬਾਬਾ ਬੁੱਢਾ ਜੀ ਅੱਗਿਓਂ ਭੱਜੇ ਆਏ, ਕਹਿੰਦੇ ਆਓ ਆਓ ਮਾਤਾ ਜੀ ਆਓ, ਤੁਸੀਂ ਆ ਗਏ, ਮੈਂ ਤੇ ਤੁਹਾਨੂੰ ਉਡੀਕਦਾ ਸੀ। ਮਾਂ ਨੂੰ ਆਪਣੇ ਪੁੱਤ ਦੀ ਫਿਕਰ ਹੁੰਦੀ ਆ। ਹੁਣ ਉਹੀ ਮਾਤਾ ਗੰਗਾ ਜਿਹੜੀ ਇੱਕ ਦਿਨ ਪਹਿਲਾਂ ਆਈ ਸੀ ਲੈ ਕੇ ਸਾਰਾ ਕੁਛ, ਉਦੋਂ ਬਾਬਾ ਬੁੱਢਾ ਜੀ ਨੇ ਕੋਈ ਮਾਣ ਸਤਿਕਾਰ ਨਹੀਂ ਦਿੱਤਾ, ਪਰ ਅੱਜ ਮਾਤਾ ਨੰਗੇ ਪੈਰੀਂ ਆ ਰਹੀ ਤੇ ਬਾਬਾ ਬੁੱਢਾ ਜੀ ਅੱਗਿਓਂ ਲੈਣ ਜਾਂਦੇ ਆ। ਕਹਿੰਦੇ ਮਾਂ ਨੂੰ ਆਪਣੇ ਪੁੱਤਾਂ ਦੀ ਫਿਕਰ ਹੁੰਦੀ ਹੈ, ਲਿਆਓ ਪ੍ਰਸ਼ਾਦਾ ਛਕਾਓ। ਫਿਰ ਜਦੋਂ ਪ੍ਰਸ਼ਾਦਾ ਛਕਣ ਲੱਗੇ ਆ ਤੇ ਫਿਰ ਉਸ ਸਮੇਂ ਮਾਤਾ ਗੰਗਾ ਜੀ ਨੇ ਆਪਣੇ ਮਨ ਦੀ ਗੱਲ ਕਹੀ ਕਿ ਬਾਬਾ ਬੁੱਢਾ ਜੀ ਰਹਿਮਤ ਕਰੋ, ਸਾਡੇ ਘਰ ਵੀ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਤੇ ਉਸ ਸਮੇਂ ਬਾਬਾ ਬੁੱਢਾ ਜਦੋਂ ਪ੍ਰਸ਼ਾਦਾ ਛਕਣ ਲੱਗਦੇ ਤੇ ਗੰਢਾ ਲੈਂਦੇ, ਗੰਢਾ ਆਪ ਜੀ ਪਿਆਜ਼ ਜਾਣਦੇ ਹੋ, ਪਿਆਜ਼ ਜਦੋਂ ਉਹਦੇ ਤੇ ਮੁੱਕੀ ਮਾਰਦੇ ਤੇ ਇੱਕ ਵਿੱਚੋਂ ਗੰਢੇ ਦੇ ਵਿੱਚੋਂ ਗੋਲੀ ਨਿਕਲ ਕੇ ਤੇ ਦੂਰ ਜਾ ਕੇ ਡਿੱਗਦੀ ਆ। ਤੇ ਬਾਬਾ ਬੁੱਢਾ ਜੀ ਕਹਿੰਦੇ ਲੈ ਫਿਰ ਮਾਤਾ ਗੰਗਾ ਜੀ ਤੁਹਾਡੇ ਘਰ ਐਸਾ ਪੁੱਤਰ ਹੋਵੇਗਾ ਜਿਹੜਾ ਵੈਰੀਆਂ ਦੇ ਇਸ ਪ੍ਰਕਾਰ ਸਿਰ ਭੰਨੇਗਾ, ਇੰਨਾ ਬਲੀ ਤੇ ਇੰਨਾ ਤਾਕਤਵਰ ਯੋਧਾ ਹੋਏਗਾ, ਗੁਰੂ ਨਾਨਕ ਸਾਹਿਬ ਦੀ ਗੱਦੀ ਨੂੰ ਚਾਰ ਚੰਨ ਲਾ ਦੇਵੇਗਾ। ਤੇ ਸਾਧ ਸੰਗਤ ਫਿਰ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ
ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਫਿਰ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਫਿਰ ਜਨਮ ਹੁੰਦਾ ਹੈ। 6ਵੇਂ ਪਾਤਸ਼ਾਹ ਜੀ ਦਾ ਜਨਮ ਬਾਬਾ ਬੁੱਢਾ ਜੀ ਦੀ ਰਹਿਮਤ ਦੇ ਨਾਲ ਹੁੰਦਾ। ਤੇ ਫਿਰ ਸਾਧ ਸੰਗਤ ਅੰਮ੍ਰਿਤਸਰ ਵਿਖੇ ਗੁਰੂ ਅਮਰਦਾਸ ਮਹਾਰਾਜ ਨੇ ਨਿਸ਼ਾਨਦੇਹੀ ਕੀਤੀ ਸੀ। ਸਰੋਵਰ ਜਦੋਂ ਖੁਦਾਉਣ ਵਾਸਤੇ ਗਿਆ, ਸ਼ਹਿਰ ਵਸਾਉਣ ਵਾਸਤੇ ਗਿਆ, ਤੇ ਉਹ ਜਿਹੜੀ ਪਹਿਲਾਂ ਮੋੜੀ ਗੱਡੀ ਸੀ ਉਹ ਬਾਬਾ ਬੁੱਢਾ ਜੀ ਨੇ ਗੱਡੀ ਸੀ। ਤੇ ਗੁਰੂ ਅਮਰਦਾਸ ਨੇ ਸੁੱਚ ਪਿੱਟ ਨੂੰ ਖਤਮ ਕਰਨ ਲਈ 1552 ਚ ਗੋਇੰਦਵਾਲ ਵਿਖੇ 84 ਪੌੜੀਆਂ ਵਾਲੀ ਬੋੜੀ ਦਾ ਨਿਰਮਾਣ ਕੀਤਾ। ਉਹਦਾ ਟੱਕ ਵੀ ਬਾਬਾ ਬੁੱਢਾ ਜੀ ਨੇ ਲਾਇਆ ਸੀ। ਫਿਰ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ 22 ਮੰਜੀਆਂ ਦੀ ਸਥਾਪਨਾ ਕੀਤੀ ਸੀ। ਉਹਨਾਂ ਦੇ ਪ੍ਰਮੁੱਖ ਪ੍ਰਬੰਧ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੇ ਸੌਂਪੀ ਸੀ। ਭਾਵ ਉਹਨਾਂ 22 ਮੰਜੀਆਂ ਦਾ ਮੁਖੀ ਵੀ ਬਾਬਾ ਬੁੱਢਾ ਜੀ ਨੂੰ ਹੀ ਬਣਾਇਆ ਸੀ। ਸਾਂਝੇ ਲੰਗਰ ਤੇ ਸਾਂਝੀਆਂ ਬੌੜੀਆਂ ਬਣਾਉਣ ਦੇ ਵਿਰੋਧ ਦੇ ਵਿੱਚ ਆਪਣੇ ਵੀ ਕਈ ਵਾਰੀ ਭੜਕ ਗਏ। ਅਕਬਰ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਸਾਡਾ ਧਰਮ ਭ੍ਰਿਸ਼ਟ ਹੁੰਦਾ ਹੈ। ਤੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਜੇਠਾ ਜੀ ਜੋ ਗੁਰੂ ਰਾਮਦਾਸ ਜੀ ਸਨ ਉਹਨਾਂ ਨੂੰ ਪੁਸ਼ਟੀ ਕਰਾਉਣ ਵਾਸਤੇ, ਭਾਵ ਆਪਣੇ ਵੱਲੋਂ ਗੱਲ ਸਮਝਾਉਣ ਦੇ ਵਾਸਤੇ ਆਗਰੇ ਭੇਜਿਆ ਸੀ। ਬਾਬਾ ਬੁੱਢਾ ਜੀ ਨੂੰ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਆਗਰੇ ਭੇਜਿਆ ਸੀ ਜੀ ਕਿ ਜਾਓ ਅਕਬਰ ਬਾਦਸ਼ਾਹ ਦੀ ਸੰਤੁਸ਼ਟੀ ਕਰਾਓ। ਤੇ ਫਿਰ ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਉਸ ਸਮੇਂ ਆਗਰੇ ਜਾ ਕੇ ਉਹਦੇ ਨਾਲ ਗੱਲਬਾਤ ਕਰਦੇ ਅਕਬਰ ਬਾਦਸ਼ਾਹ ਨੂੰ। ਤੇ ਫਿਰ ਉਹ ਆ ਕੇ ਗੁਰੂ ਸਾਹਿਬ ਦੇ ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕਦਾ ਹੈ ਤੇ ਲੰਗਰ ਵਾਸਤੇ ਫਿਰ ਜਗੀਰ ਮਿਲਦੀ ਹੈ। ਤੇ ਫਿਰ ਸਾਧ ਸੰਗਤ ਗੁਰੂ ਅਮਰਦਾਸ ਜੀ ਜਿਹੜੇ ਉਹ ਜੋਤੀ ਜੋਤ ਸਮਾ ਜਾਂਦੇ ਆ। ਫਿਰ ਤੁਸੀਂ ਸਰਵਣ ਕੀਤਾ ਕਿ ਫਿਰ ਉਹ 12 ਪਿੰਡ ਜਿਹੜੇ ਸੀ ਉੱਥੇ ਬਾਬਾ ਬੁੱਢਾ ਜੀ ਜਾ ਕੇ ਬੈਠ ਜਾਂਦੇ ਆ। ਤੇ ਇਹ ਸਾਰੀਆਂ ਰਸਮਾਂ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੀਆਂ ਰਸਮਾਂ ਆਪਣੇ ਹੱਥੀਂ ਨਿਭਾਈਆਂ ਸਨ। ਫਿਰ ਗੁਰੂ ਰਾਮਦਾਸ ਮਹਾਰਾਜ ਜਦੋਂ ਅੰਮ੍ਰਿਤਸਰ ਨਗਰੀ ਦੀ ਸਥਾਪਨਾ ਕੀਤੀ ਆ ਤੇ ਸਰੋਵਰ ਦੀ ਖੁਦਾਈ ਬਾਬਾ ਬੁੱਢਾ ਜੀ ਦੇ ਹੱਥੋਂ ਆਰੰਭ ਕਰਾਈ ਸੀ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਨੇ। ਤੇ ਗੁਰੂ ਰਾਮਦਾਸ ਨੇ ਆਪਣੇ 3 ਪੁੱਤਰਾਂ ਦੇ ਸੁਭਾਅ ਕਰਮ ਵੇਖ ਹੀ ਰਹੇ ਸੀ। ਤੇ ਬਾਬਾ ਬੁੱਢਾ ਜੀ ਪਾਰਕੂ ਅੱਖ ਤੋਂ ਕੁਝ ਨਹੀਂ ਸੀ ਛਪਿਆ। ਫਿਰ ਵੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਦੀ ਕੋਲੋਂ ਗੁਰਗੱਦੀ ਦੇਣ ਦੀ ਸਲਾਹ ਪੁੱਛੀ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਪ੍ਰਿਥੀ ਚੰਦ ਛਲ ਤੇ ਬਲ ਕਰਕੇ ਗੱਦੀ ਲੋਚਦਾ ਹੈ, ਉਹਦੀਆਂ ਹੱਡੀਆਂ ਵਿੱਚ ਸੇਵਾ ਨਹੀਂ। ਸਾਰੇ ਗੁਣ ਗੁਰੂ ਅਰਜਨ ਦੇਵ ਜੀ ਵਿੱਚ ਹਨ, ਉਹਨਾਂ ਦੇ ਟੱਕਰੇ ਤੇ ਹੋਰ ਕੋਈ ਨਹੀਂ ਹੈ। ਸੋ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਹੀ ਦਿੱਤੀ ਜਾਵੇ। ਇਹ ਸਲਾਹ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਦਿੱਤੀ ਸੀ ਕਿ ਗੁਰਤਾ ਗੱਦੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿੱਤੀ ਜਾਵੇ। ਫਿਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ 1581 ਈਸਵੀ ਜੋਤੀ ਜੋਤ ਸਮਾ ਗਏ। ਤੇ ਉਹ ਵਿਉਂਤ ਅਨੁਸਾਰ 2 ਪੱਗਾਂ ਜਿਹੜੀਆਂ ਸੀ ਉਹ ਦੇਣ ਦਾ ਫੈਸਲਾ ਹੋਇਆ। ਇੱਕ ਪੱਗ ਜਿਹੜੀ ਸੀ ਉਹ ਪ੍ਰਿਥੀ ਚੰਦ ਨੂੰ ਦਿੱਤੀ ਗਈ, ਮਰਨੇ ਦੀ ਪੱਗ ਜੋ ਵੱਡਾ ਪੁੱਤਰ ਜਾਣ ਕੇ ਦਿੱਤੀ ਗਈ। ਦੂਸਰੀ ਪੱਗ ਜਿਹੜੀ ਸੀ ਗੁਰਤਾ ਗੱਦੀ ਦੀ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਤੇ ਰੱਖੀ ਗਈ। ਪਰ ਜਦੋਂ ਮਰਨੇ ਦੀ ਪੱਗ ਪ੍ਰਿਥੀ ਚੰਦ ਨੂੰ ਮਿਲ ਗਈ ਤੇ ਦੂਸਰੀ ਪੱਗ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਰੱਖਣ ਲੱਗੇ ਤੇ ਉਹਨੇ ਪੱਗ ਖੋਲੀ ਸੀ। ਪ੍ਰਿਥੀ ਚੰਦ ਨੇ ਪੱਗ ਖੋਲੀ ਸੀ ਤੇ ਗੁਰੂ ਅਰਜਨ ਦੇਵ ਜੀ ਤੇ ਸ਼ਾਂਤ ਰਹੇ, ਪਰ ਇਹਦਾ ਅਸਰ ਸੰਗਤ ਤੇ ਬੜਾ ਬੁਰਾ ਪਿਆ। ਤੇ ਬਾਬਾ ਬੁੱਢਾ ਜੀ ਨੇ ਉੱਚੀ ਆਵਾਜ਼ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਗੁਰਸਿੱਖੋ, ਗੁਰਗੱਦੀ ਕਿਸੇ ਪੱਗ ਦੀ ਵਿਰਾਸਤ ਨਹੀਂ, ਕਿਸੇ ਦੀ ਵਿਰਾਸਤ ਨਹੀਂ ਆ। ਕਰਤਾਰ ਦੇ ਅਧੀਨ ਇਹ ਤੁਹਾਨੂੰ ਲਿਖੀ ਆਉਂਦੀ ਆ, ਗੱਦੀ ਕਿਸੇ ਪੱਗ ਦੇ ਅਧੀਨ ਨਹੀਂ ਆ। ਤੁਸੀਂ ਫਿਕਰ ਨਾ ਕਰੋ, ਇਹ ਗੁਰਤਾ ਗੱਦੀ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿੱਤੀ ਆ। ਤੇ ਸੰਗਤਾਂ ਇੰਨੀਆਂ ਬਾਬਾ ਬੁੱਢਾ ਜੀ ਦਾ ਕਹਿਆ ਮੰਨਦੀਆਂ ਸਨ, ਸਾਰੀਆਂ ਸੰਗਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ ਸੀ, ਕਿਉਂਕਿ ਬਾਬਾ ਬੁੱਢਾ ਜੀ ਜਾਣਦੇ ਸਨ ਕਿ ਜੋ ਜਿੱਥੇ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਉਹੀ ਸਾਡਾ ਅਸਲੀ ਗੁਰੂ ਹੈ। ਇਹ ਗੱਲ ਸਾਰੀਆਂ ਸੰਗਤਾਂ ਨੂੰ ਪਤਾ ਸੀ। ਫਿਰ ਪ੍ਰਿਥੀ ਚੰਦ ਨੇ ਆਪਣੇ ਭੈੜੇ ਮਨਸੂਬੇ ਜਾਰੀ ਰੱਖੇ। ਅੰਮ੍ਰਿਤਸਰ ਦੀ ਇੱਕ ਕਿਸਮ ਦੇ ਨਾਲ ਨਾਕਾਬੰਦੀ ਕਰ ਦਿੱਤੀ ਤੇ ਮਸੰਦਾਂ ਨੂੰ ਗੁਰੂ ਦਰਬਾਰ ਦੇ ਰਾਹ ਦੇ ਵਿੱਚ ਬਿਠਾ ਦਿੱਤਾ। ਜੋ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਸੀ ਉਹਨਾਂ ਕੋਲੋਂ ਭੇਟਾ ਲੈ ਲੈਣੀ ਤੇ ਪ੍ਰਿਥੀ ਚੰਦ ਵਾਲੇ ਪਾਸੇ ਭੇਜ ਦਿੰਦਾ ਸੀ ਤੇ ਲੰਗਰ ਲਈ ਗੁਰੂ ਅਰਜਨ ਦੇਵ ਜੀ ਦਰਬਾਰ 'ਚ ਭੇਜ ਦਿੰਦੇ। ਤੇ ਲੰਗਰ ਦਾ ਜਿਹੜਾ ਸੀ ਕੰਮ ਉਹ ਛੋਲਿਆਂ ਤੱਕ ਹੀ ਸੀਮਿਤ ਰਹਿ ਗਿਆ। ਹੁਣ ਰੋਜ਼ ਲੰਗਰ 'ਚ ਛੋਲੇ ਹੀ ਬਣਦੇ, ਪਰ ਗੁਰੂ ਸਾਹਿਬ ਜੀ ਡੋਲ ਰਹੇ ਤੇ ਸ਼ਾਂਤ ਰਹੇ। ਜਦੋਂ ਬਾਬਾ ਬੁੱਢਾ ਜੀ ਆਗਰੇ ਤੋਂ ਵਾਪਸ ਆਏ, ਕਿਉਂਕਿ ਬਾਬਾ ਬੁੱਢਾ ਜੀ ਉਸ ਸਮੇਂ ਆਗਰੇ ਹੀ ਚਲੇ ਗਏ ਸਨ, ਜਦੋਂ ਉੱਥੋਂ ਵਾਪਸ ਆਏ ਤੇ ਉਹਨਾਂ ਨੇ ਭਾਈ ਗੁਰਦਾਸ ਜੀ ਨਾਲ ਮਿਲ ਕੇ ਦੋਨੋਂ ਦਰਬਾਰਾਂ ਦੀ ਨੁੱਕਰ ਤੇ ਬੈਠ ਕੇ ਤੇ ਸੰਗਤਾਂ ਨੂੰ ਸਾਰਾ ਹਾਲ ਦੱਸਦੇ ਕਿ ਜਿਸ ਨਾਲ ਪ੍ਰਿਥੀ ਦਾ ਬੁਣਿਆ ਜਾਲ ਸੰਗਤਾਂ ਦੇ ਸਾਹਮਣੇ ਉਗੜ ਆਇਆ। ਦੋਵੇਂ ਪਾਸੇ ਬੈਠ ਕੇ ਬਾਬਾ ਬੁੱਢਾ ਜਿੱਥੇ ਮਸੰਦ ਬੈਠੇ ਸਨ ਉਸੇ ਪ੍ਰਕਾਰ ਹੀ ਬੈਠ ਕੇ ਬਾਬਾ ਬੁੱਢਾ ਜੀ ਇੱਕ ਪਾਸੇ ਭਾਈ ਗੁਰਦਾਸ ਜੀ ਬੈਠ ਗਏ ਤੇ ਦੱਸੀ ਜਾਣਗੇ ਅਸਲੀ ਗੁਰੂ ਕੌਣ ਹੈ। ਗੁਰੂ ਅਰਜਨ ਦੇਵ ਮਹਾਰਾਜ ਅਸਲੀ ਗੁਰੂ ਆ
ਇਹਨਾਂ ਨੂੰ ਆ ਕੇ ਚੁੱਕੋ। ਫਿਰ ਸੰਗਤਾਂ ਨੂੰ ਪਤਾ ਲੱਗਾ, ਫਿਰ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਆ ਕੇ ਨਮਸਕਾਰਾਂ ਕਰਨ ਲੱਗੀਆਂ। ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਧ ਸੰਗਤ ਪਹਿਲਾ ਪ੍ਰਕਾਸ਼ ਕੀਤਾ ਸੀ, ਉਹ ਪਹਿਲਾ ਵਾਕ ਜਿਹੜਾ ਸੀ ਬਾਬਾ ਬੁੱਢਾ ਜੀ ਨੇ ਲਿਆ ਸੀ, ਜਿਹੜਾ ਵਾਕ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸਤਿਗੁਰਾਂ ਨੇ ਕਿਹਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ਾਂ, ਸੁਣੇ ਸਭ ਪੰਥ। ਫਿਰ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪਹਿਲਾ ਹੁਕਮਨਾਮਾ ਲਿਆ ਸੀ, ਤੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਵੀ ਬਾਬਾ ਬੁੱਢਾ ਜੀ ਨੂੰ ਹੀ ਮਿਲਦਾ। ਪਹਿਲੇ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਨੂੰ ਆਪਾਂ ਹੈਡ ਗ੍ਰੰਥੀ ਕਹਿੰਦੇ ਆ, ਸਾਧ ਸੰਗਤ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਹਨ। ਗ੍ਰੰਥੀ ਸਿੰਘਾਂ ਦੇ ਜਿਹੜੇ ਸਭ ਤੋਂ ਹੈਡ ਨੇ, ਉਹ ਆਪਾਂ ਬਾਬਾ ਬੁੱਢਾ ਜੀ ਨੂੰ ਮੰਨਦੇ ਆ ਕਿ ਬਾਬਾ ਬੁੱਢਾ ਜੀ ਸਭ ਤੋਂ ਪਹਿਲੇ ਗ੍ਰੰਥੀ ਸਨ, ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਵਹਿਣ ਵਾਲੇ। ਫਿਰ ਅੰਮ੍ਰਿਤਸਰ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਸੇਵਾ ਜਦੋਂ ਆਰੰਭ ਹੋਈ ਆ, ਤੇ ਬਾਬਾ ਜੀ ਨੇ ਆਪਣੇ ਪੁੱਤ ਪੋਤਰਿਆਂ ਦੇ ਸਮੇਤ ਫਿਰ ਸੇਵਾ 'ਚ ਹਿੱਸਾ ਲਿਆ। ਦਰਬਾਰ ਸਾਹਿਬ ਦੀ ਸੇਵਾ ਵੇਲੇ ਬੇਰੀ ਜਿਹੜੀ ਹੈ ਹਰਿਮੰਦਰ ਸਾਹਿਬ ਲੱਗੀ ਹੋਈ, ਸਰੋਵਰ ਦੀ ਪਰਿਕਰਮਾ ਦੀ ਚੜ੍ਹਦੀ ਬਾਹੀ ਵਾਲੇ ਪਾਸੇ, ਉਹਦੇ ਥੱਲੇ ਬੈਠ ਕੇ ਹਰਿਮੰਦਰ ਸਾਹਿਬ ਤੇ ਸਰੋਵਰ ਦਾ ਕੰਮ ਕਾਜ ਜਿਹੜਾ ਸੀ, ਕਾਮਿਆਂ ਨੂੰ ਤਨਖਾਹਾਂ ਦੇਣੀਆਂ, ਸਾਰਾ ਲੇਖਾ ਜੋਖਾ ਕਰਨਾ, ਕਾਰ ਸੇਵਾ 'ਚ ਹੱਥ ਵਟਾਉਣਾ, ਸੰਗਤ ਦੀ ਦੇਖ ਰੇਖ ਕਰਨੀ ਆਦਿ ਸਾਰੀ ਜ਼ਿੰਮੇਵਾਰੀ ਸੀ ਉਹ ਬਾਬਾ ਬੁੱਢਾ ਜੀ ਨੇ ਸੰਭਾਲੀ। ਉਸ ਬੇਰੀ ਥੱਲੇ ਬੈਠ ਕੇ, ਜਿਹੜੀ ਅੱਜ ਵੀ ਮੌਜੂਦ ਹੈ ਤੇ ਜਿੱਥੇ ਸੰਗਤਾਂ ਝੁਕਦੀਆਂ, ਜਿਹਨੂੰ ਬੇਰ ਬਾਬਾ ਬੁੱਢਾ ਸਾਹਿਬ ਜੀ ਕਿਹਾ ਜਾਂਦਾ ਹੈ, ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ। ਤੇ ਬਾਬਾ ਬੁੱਢਾ ਜੀ ਦਾ ਗੁਰੂ ਘਰ ਦੇ ਵਿੱਚ ਇੰਨਾ ਮਾਣ ਸਤਿਕਾਰ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਹੋਇਆ ਸੀ, ਉਹਨਾਂ ਦੀ ਸਿਖਲਾਈ ਤੇ ਪੜ੍ਹਾਈ ਦਾ ਕੰਮ ਵੀ ਬਾਬਾ ਬੁੱਢਾ ਜੀ ਨੂੰ ਹੀ ਮਿਲਿਆ। ਤੇ ਉਹਨਾਂ ਨੇ ਹੀ ਸ੍ਰੀ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ, ਗੁਰਬਾਣੀ, ਗੁਰ ਇਤਿਹਾਸ ਦੀ ਪੜ੍ਹਾਈ ਦੇ ਨਾਲ ਨਾਲ ਘੋੜ ਸਵਾਰੀ, ਸ਼ਸਤਰਾਂ ਦੀ ਵਰਤੋਂ, ਕੁਸ਼ਤੀ, ਘੋਲ, ਹੋਰ ਸਰੀਰਕ ਸਿਖਲਾਈ ਜਿਹੜੀ ਸੀ ਉਹ ਬਾਬਾ ਬੁੱਢਾ ਜੀ ਨੇ ਦਿੱਤੀ। ਮਗਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਵੀ ਬਾਬਾ ਬੁੱਢਾ ਜੀ ਦੇ ਹੱਥੋਂ ਹੀ ਹੋਈ। ਬਾਬਾ ਗੁਰਦਿੱਤਾ ਜੀ ਤੇ ਹੋਰ ਜਿੰਨੇ ਵੀ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਸਨ, ਸੂਰਜ ਮੱਲ ਜੀ, ਇਹ ਸਾਰੇ ਦੇ ਸਾਰੇ ਬਾਬਾ ਬੁੱਢਾ ਜੀ ਪਾਸੇ ਹੀ ਪੜ੍ਹੇ ਸਨ ਵਿਦਿਆ। ਬਾਬਾ ਬੁੱਢਾ ਜੀ ਨੇ ਇਹਨਾਂ ਨੂੰ ਪੜ੍ਹਾਈ ਕਰਾਈ ਹੈ। ਸੋ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਗਰਤਾ ਗੱਦੀ ਸੌਂਪੀ ਗਈ ਆ, ਉਸ ਸਮੇਂ ਮੇਰੀ ਪੀਰੀ ਦੀਆਂ 2 ਕਿਰਪਾਨਾਂ ਬਾਬਾ ਬੁੱਢਾ ਜੀ ਨੇ ਪਵਾਈਆਂ ਸਨ। ਤੇ 1608 ਈਸਵੀ ਵਿੱਚ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨੇ ਅਕਾਲ ਤਖਤ ਦੀ ਸਾਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਲਾ ਕੇ ਕਰਵਾਈ ਸੀ ਆਪ। ਤੇ ਇਸ ਦਾ ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰੱਖਿਆ ਸੀ। ਤੇ ਜਹਾਂਗੀਰ ਨੇ ਜਦੋਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰ ਲਿਆ ਸੀ ਸਾਧ ਸੰਗਤ, ਤੇ ਉਸ ਸਮੇਂ ਸਿੱਖਾਂ ਦੀ ਅਗਵਾਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤੀ ਸੀ। ਤੇ ਜਨਵਰੀ 1620 ਈਸਵੀ ਦੇ ਆਖਰੀ ਦਿਨਾਂ ਵਿੱਚ ਬਾਦਸ਼ਾਹ ਜਹਾਂਗੀਰ ਦੇ ਨਾਲ ਮੁਲਾਕਾਤ ਹੋਈ, ਤੇ ਬਾਬਾ ਬੁੱਢਾ ਜੀ ਦੇ ਭਾਈ ਗੁਰਦਾਸ ਅਤੇ ਬਾਲੂ ਰਾਏ ਨੇ ਅਹਿਮ ਭੂਮਿਕਾ ਨਿਭਾਈ ਸੀ ਜਦੋਂ ਜਹਾਂਗੀਰ ਦੇ ਨਾਲ ਮੁਲਾਕਾਤ ਹੋਈ ਸੀ। ਬਾਬਾ ਬੁੱਢਾ ਜੀ ਦੇ 4 ਪੁੱਤਰ ਸਨ। ਉਹਨਾਂ ਦੀ ਵੰਸ਼ ਵਿੱਚੋਂ ਭਾਈ ਰਾਮਪੁਰ ਖੰਡੇ ਦੀ ਪੌੜ ਲੈ ਕੇ ਗੁਰਬਖਸ਼ ਸਿੰਘ ਦੇ ਨਾਮ ਦੇ ਨਾਲ ਪ੍ਰਸਿੱਧ ਹੋਏ। ਤੇ ਬਾਬਾ ਜੀ ਦੀ ਵੰਸ਼ ਅੱਜ ਕੱਲ ਜਿਹੜੀ ਹੈ ਉਹ ਕੱਥੂ ਨੰਗਲ ਦੇ ਆਸ-ਪਾਸ ਰਹਿੰਦੀ ਹੈ। ਰੰਧਾਵੇ ਜਿਹੜੇ ਹਨ ਉਹ ਸਾਰੇ ਬਾਬਾ ਜੀ ਦੀ ਵੰਸ਼ ਵਿੱਚ ਗਿਣੇ ਜਾਂਦੇ ਆ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਉਹ ਕੱਥੂ ਨੰਗਲ ਦੇ ਆਸ-ਪਾਸ ਹੀ ਰਹਿੰਦੇ ਆ। ਤੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਜਦੋਂ ਕੈਦ ਕੀਤੇ ਗਏ, ਉਸ ਵਕਤ ਬਾਬਾ ਜੀ ਨੇ ਥਾਂ ਥਾਂ ਜਾ ਕੇ ਸਿੱਖਾਂ ਦਾ ਮਨੋਬਲ ਕਾਇਮ ਰੱਖਿਆ। ਤੇ ਕੁਝ ਚਿਰ ਪਿੱਛੋਂ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਖਬਰ ਸੁਰਤ ਲਿਆਉਣ ਵਾਸਤੇ ਗਵਾਲੀਅਰ ਭੇਜਿਆ। ਤੇ ਜਦੋਂ ਮਾਰੇ ਗਏ ਆ, ਬਾਬਾ ਬੁੱਢਾ ਜੀ ਗਵਾਲੀਅਰ ਗਏ ਤੇ ਉੱਥੇ ਮਿਲ ਕੇ ਸੁੱਖ ਸੁਨੇਹਾ ਲੈ ਕੇ ਵਾਪਸ ਆਏ। ਤੇ ਗੁਰੂ ਜੀ ਦੀ ਕੈਦ ਦੇ ਸਮੇਂ ਵਿੱਚ ਬਾਬਾ ਬੁੱਢਾ ਜੀ ਨੇ ਸੁੱਖ ਆਸਣ ਵੇਲੇ ਕੀਰਤਨ ਦੀਆਂ ਚੌਂਕੀਆਂ ਦਾ ਰਿਵਾਜ ਜਿਹੜਾ ਸੀ ਉਹ ਆਰੰਭ ਕੀਤਾ। ਜਿਵੇਂ ਸੁੱਖ ਆਸਣ ਤੋਂ ਬਾਅਦ ਆਪਾਂ ਕੀਰਤਨ ਚੌਂਕੀ ਕੱਢਦੇ ਹਨ ਕਈ ਜਗ੍ਹਾ ਦੇ ਉੱਤੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ, ਉਹ ਚੌਂਕੀ ਦਾ ਆਗਾਜ਼ ਜਿਹੜਾ ਸੀ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤਾ। ਸ਼ਾਮ ਵੇਲੇ ਸੰਗਤਾਂ ਦਾ ਜੱਥਾ ਚੌਂਕੀ ਬਣਾ ਕੇ ਸ਼ਬਦ ਪੜ੍ਹਦੀਆਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਕਰਦੀਆਂ ਤੇ ਫਿਰ ਅਰਦਾਸ ਕਰਕੇ ਤੇ ਵਿਦਾ ਹੁੰਦੀਆਂ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਕੈਦ ਵਕਤੀ ਵੀ ਚੌਂਕੀਆਂ ਢੋਲਕੀਆਂ ਛੈਣੇ ਦੇ ਨਾਲ ਕੀਰਤਨ ਕਰਦੀਆਂ ਸੰਗਤਾਂ ਗਵਾਲੀਅਰ ਦੇ ਕਿਲੇ ਦੀਆਂ ਪਰਿਕਰਮਾ ਕਰਕੇ ਦੀਵਾਰ ਨੂੰ ਮੱਥਾ ਟੇਕ ਕੇ ਮੁੜ ਆਉਂਦੀਆਂ, ਜਿਸ ਨਾਲ ਗੁਰੂ ਸਾਹਿਬ ਦਾ ਜਸ ਜਿਹੜਾ ਸੀ ਉਹ ਦੂਰ ਦੂਰ ਤੱਕ ਫੈਲ ਗਿਆ। ਆਖਿਰ ਜਹਾਂਗੀਰ ਨੂੰ ਫਿਰ ਗੁਰੂ ਸਾਹਿਬ ਦੀ ਸੋਭਾ ਦੇ ਅੱਗੇ ਝੁਕਣਾ ਪਿਆ ਤੇ ਨੂਰਜਹਾਂ ਤੇ ਵਜ਼ੀਰ ਖਾਂ ਦੇ ਦਬਾਅ ਪਾਉਣ ਕਰਕੇ ਫਿਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਕਰ ਦਿੱਤਾ। ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਬਿਆਸ ਦੇ ਕੰਢੇ ਉੱਤੇ ਗੁਰੂ ਅਰਜਨ ਦੇਵ ਜੀ ਦੇ ਵਸਾਈ ਨਗਰ ਹਰਗੋਬਿੰਦ ਆ ਟਕੇ ਤੇ ਜਿੱਥੇ ਉਹਨਾਂ ਨੂੰ ਜੰਗ ਕਰਨਾ ਪਿਆ ਤਾਂ ਬਾਬਾ ਬੁੱਢਾ ਜੀ ਦੇ ਦਰਸ਼ਨਾਂ ਲਈ ਹਰਗੋਬਿੰਦ ਪੁੱਜੇ, ਹਰਗੋਬਿੰਦਪੁਰੇ ਗਏ। ਉੱਥੋਂ ਉਹਨਾਂ ਬੇਨਤੀ ਕੀਤੀ ਕਿ ਹੁਣ ਮੈਂ ਬਿਰਧ ਹੋ ਗਿਆ ਹਾਂ
ਕਿਉਂਕਿ ਮਹਾਰਾਜ ਜਦੋਂ ਇੱਥੇ ਬਾਬਾ ਬੁੱਢਾ ਜੀ ਗਏ ਸਨ, ਸਤਿਗੁਰਾਂ ਨੇ ਨਾਮ ਨਹੀਂ ਸੀ ਰੱਖਿਆ ਨਗਰ ਦਾ। ਤੇ ਜਦੋਂ ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਬੁੱਢਾ ਜੀ ਕੀ ਨਾਮ ਰੱਖਿਆ ਜਾਵੇ, ਤੇ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਤੁਸੀਂ ਆਪਣੇ ਨਾਮ ਤੇ ਰੱਖੋ, ਮੈਨੂੰ ਤੁਹਾਡਾ ਨਾਮ ਬੜਾ ਪਿਆਰਾ ਲੱਗਦਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਗੁਰੂ ਹਰਗੋਬਿੰਦ ਵੀ ਰੱਖਿਆ, ਬਾਬਾ ਬੁੱਢਾ ਜੀ ਨੇ ਹੀ ਰੱਖਿਆ ਸੀ। ਤੇ ਸਾਧ ਸੰਗਤ ਉਸ ਸਮੇਂ ਫਿਰ ਬਾਬਾ ਬੁੱਢਾ ਜੀ ਨੇ ਇੱਥੇ ਕਿਹਾ ਸੀ, ਬੇਨਤੀ ਕੀਤੀ ਸੀ, ਮਹਾਰਾਜ ਮੈਂ ਬਿਰਧ ਹੋ ਗਿਆ ਆ ਤੇ ਬੀੜ ਦੀ ਸੇਵਾ ਤੋਂ ਛੁੱਟੀ ਬਖਸ਼ੋ ਮੈਨੂੰ, ਮੈਂ ਬੀੜ ਸਾਹਿਬ ਤੋਂ ਮੈਨੂੰ ਆਗਿਆ ਬਖਸ਼ੋ। ਮੈਂ ਹੁਣ ਆਪਣੇ ਘਰ ਜਾ ਕੇ ਰਮਦਾਸ ਜਾ ਕੇ ਭਜਨ ਬੰਦਗੀ ਕਰਨੀ ਚਾਹੁੰਦਾ ਤੇ ਆਪਣੇ ਆਖਰੀ ਉਮਰ ਦੇ ਸਮਾਂ ਜਿਹੜਾ ਮੈਂ ਉੱਥੇ ਬਤੀਤ ਕਰਾਂਗਾ। ਤੇ ਮੈਂ ਤੁਹਾਨੂੰ ਬੇਨਤੀ ਕਰਦਾ, ਮੇਰਾ ਬਚਨ ਮੰਨਿਓ ਕਿ ਜਦੋਂ ਮੈਂ ਦਰਸ਼ਨਾਂ ਲਈ ਤੁਹਾਨੂੰ ਬੇਨਤੀ ਕਰਾਂ, ਅਰਦਾਸ ਕਰਾਂ ਤੇ ਤੁਸੀਂ ਜ਼ਰੂਰ ਆਉਣਾ। ਫਿਰ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਰਮਦਾਸ ਜਾ ਡਿੱਗੇ। ਤੇ ਸਾਧ ਸੰਗਤ ਬੜੀ ਪਿਆਰੀ ਘਟਨਾ, ਜਦੋਂ ਬਾਬਾ ਬੁੱਢਾ ਜੀ ਤੁਰ ਲੱਗਦੇ ਨਾ ਇੱਥੋਂ ਹਰਗੋਬਿੰਦਪੁਰੇ ਤੋਂ, ਤੇ ਸਾਧ ਸੰਗਤ ਕਈ ਕਿਲੋਮੀਟਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਛੱਡਣ ਜਾਂਦੇ। ਇੰਨਾ ਮਾਣ ਸਤਿਕਾਰ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਸਾਧ ਸੰਗਤ ਫਿਰ ਬਾਬਾ ਬੁੱਢਾ ਜੀ ਮਹਾਰਾਜ ਜਦੋਂ ਪਤਾ ਲੱਗਦਾ ਇੱਕ ਵਾਰੀ ਬਾਬਾ ਬੁੱਢਾ ਜੀ ਦੀ ਪਾਲਕੀ, ਚਲੋ ਮੈਂ ਪਹਿਲਾਂ ਸਮਾਪਤੀ ਕਰਦਾ ਫਿਰ ਆਪਾਂ ਇਹ ਗੱਲਾਂ ਵਿਚਾਰਦੇ ਹਾਂ। ਤੇ ਫਿਰ ਸਾਧ ਸੰਗਤ ਬਾਬਾ ਬੁੱਢਾ ਜੀ ਰਮਦਾਸ ਚਲੇ ਗਏ, ਉੱਥੇ ਬੰਦਗੀ 'ਚ ਟਿਕ ਗਏ, ਰੁੱਝ ਗਏ। ਤੇ ਬਾਬਾ ਜੀ ਦੇ ਸੂਰੇ ਗੁਰੂ ਜੀ ਦਾ ਬਾਬਾ ਬੁੱਢਾ ਜੋਤੀ ਜੋ ਸਮਾਉਣ ਵਾਲੇ ਮਹਾਰਾਜ ਫਿਰ ਗੁਰੂ ਹਰਗੋਬਿੰਦ ਸਾਹਿਬ ਫਿਰ ਇੱਥੇ ਪਹੁੰਚਦੇ, ਰਮਦਾਸ ਪਹੁੰਚਦੇ ਆ ਤੇ ਉਹਨਾਂ ਦਾ ਦਰਸ਼ਨ ਕਰਕੇ ਸੀਸ ਲੈਂਦੇ ਬਾਬਾ ਬੁੱਢਾ ਜੀ। ਫਿਰ 14 ਮੰਗਰ 1688 ਵਿੱਚ, ਸੰਮਤ 1688, 16 ਨਵੰਬਰ 1631 ਈਸਵੀ ਨੂੰ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੋਦੀ ਦੇ ਵਿੱਚ ਹੀ ਸੱਚਖੰਡ ਜਾਂਦੇ ਜਪਜੀ ਸਾਹਿਬ ਦਾ ਪਾਠ ਕਰਕੇ। ਤੇ ਉਹਨਾਂ ਦੀ ਉਸ ਵੇਲੇ ਉਮਰ 125 ਸਾਲ 25 ਦਿਨ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਬਾਬਾ ਬੁੱਢਾ ਜੀ ਦਾ ਸੰਸਕਾਰ ਕੀਤਾ। ਇਹ ਜਗ੍ਹਾ ਰਮਦਾਸ ਦੇ ਵਿੱਚ ਕਾਫੀ ਵੱਡਾ ਸਰੋਵਰ ਬਣਿਆ ਹੋਇਆ ਹੈ। ਤੇ ਬਾਬਾ ਬੁੱਢਾ ਜੀ ਨੇ ਕਈ ਵਿਖੜੇ ਸਮਿਆਂ ਵਿੱਚ ਆਪਣੀ ਦੂਰ ਦ੍ਰਿਸ਼ਟੀ ਤੇ ਤੀਖਣ ਬੁੱਧੀ ਦੇ ਰਾਹੀਂ ਸਿੱਖੀ ਸੇਧ ਦੇ ਕੇ ਸਿੱਖਾਂ ਨੂੰ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜਿੱਥੇ ਸਹਿਯੋਗ ਪ੍ਰਬੰਧਕ ਸਨ, ਬੜੇ ਉੱਚੇ ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ, ਬੜੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ ਤੇ ਗੁਰੂ ਘਰ ਤੋਂ ਵਰਿਸ ਹੋਏ ਸਨ। ਇਸ ਜੋੜੇ ਦਾ ਨਾਮ ਹਮੇਸ਼ਾ ਸਿੱਖ ਧਰਮ ਦੇ ਵਿੱਚ ਚਾਨਣ ਮੁਨਾਰੇ ਦਾ ਕੰਮ ਕਰੇਗਾ। ਬਾਬਾ ਬੁੱਢਾ ਜੀ ਦੀ ਯਾਦ ਵਜੋਂ ਅੰਮ੍ਰਿਤਸਰ ਖੇਮਕਰਨ ਸੜਕ ਤੇ ਕਸਬਾ ਝਬਾਲ ਦੇ ਨੇੜੇ ਵਸਿਆ ਸਥਾਨ ਹੈ, ਉਹਦੇ ਗੁਰਦੁਆਰੇ ਦਾ ਨਾਮ ਹੈ ਬੀੜ ਬਾਬਾ ਬੁੱਢਾ ਸਾਹਿਬ। ਸੰਗਤਾਂ ਉੱਥੇ ਦਰਸ਼ਨ ਕਰਨ ਆਉਂਦੀਆਂ। ਸੰਗਰਾਂਦ ਦਾ ਦਿਹਾੜਾ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਇੱਥੇ ਬਾਬਾ ਖੜਕ ਸਿੰਘ ਜੀ ਦਾ ਜਿਹੜਾ ਸਥਾਨ ਹੈ, ਲੰਬਾ ਸਮੇਂ ਤੋਂ ਸੇਵਾ ਕੀਤੀ ਉਹਨਾਂ ਨੇ ਇੱਥੇ। ਤੇ ਸਾਧ ਸੰਗਤ 500 ਸਾਲਾ ਪ੍ਰਕਾਸ਼ ਦਿਹਾੜਾ ਵੀ ਜਿਹੜਾ ਉਦੋਂ ਇੱਥੇ ਇੱਕ ਸਾਧ ਸੰਗਤ ਬੀੜ ਸਾਹਿਬ ਕਾਲਜ ਸਥਾਪਿਤ ਕੀਤਾ ਗਿਆ, ਬਾਬਾ ਬੁੱਢਾ ਜੀ ਕਾਲਜ। ਫਿਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਹਸਪਤਾਲ ਖੋਲਿਆ ਗਿਆ, ਚੈਰੀਟੇਬਲ ਹਸਪਤਾਲ। ਹੋਰ ਵੀ ਇੱਥੇ ਬੜੇ ਪ੍ਰਬੰਧ ਜਿਹੜੇ ਆ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ। ਹੋਰ ਵੀ ਸਾਧ ਸੰਗਤ ਕਈ ਸੰਗਤਾਂ ਇੱਥੇ ਜਿਹੜੀਆਂ ਉਹ ਸ਼ਰਧਾ ਦੇ ਨਾਲ ਝੁਕਦੀਆਂ। ਸੋ ਇਹ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਜਿਹੜਾ ਜੀਵਨ ਹੈ, ਇਸ ਜਗ੍ਹਾ ਦੇ ਉੱਤੇ ਸਾਧ ਸੰਗਤਾਂ ਜਿਹੜੀਆਂ ਆ ਅੱਜ ਵੀ ਗੰਢੇ ਲੱਸੀ ਤੇ ਪ੍ਰਸ਼ਾਦੇ ਲੈ ਕੇ, ਖੀਰ ਲੈ ਕੇ ਪਹੁੰਚਦੀਆਂ ਤੇ ਜਿੱਥੋਂ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਕਰਦੀਆਂ ਤੇ ਉਹਨਾਂ ਨੂੰ ਦੁੱਧ ਪੁੱਤ ਦੀ ਦਾਤ ਮਿਲਦੀ ਹੈ। ਸੋ ਇਸੇ ਪ੍ਰਕਾਰ ਸਾਧ ਸੰਗਤ ਬਾਬਾ ਬੁੱਢਾ ਜੀ ਦੀ ਜਿਹੜੀ ਸ਼ਖਸੀਅਤ ਆ ਉਹ ਬੜੀ ਮਹਾਨ ਸ਼ਖਸੀਅਤ ਆ। ਤੇ ਸਾਧ ਸੰਗਤ ਬਾਬਾ ਬੁੱਢਾ ਜੀ ਦਾ ਪਿਆਰ ਗੁਰੂ ਸਾਹਿਬ ਨਾਲ ਬਹੁਤ ਸੀ ਤੇ ਗੁਰੂ ਸਾਹਿਬ ਦਾ ਬਾਬਾ ਬੁੱਢਾ ਜੀ ਨਾਲ ਬੜਾ ਪਿਆਰ ਸੀ। ਮੈਂ ਦੱਸਣ ਲੱਗਾ ਸੀ ਘਟਨਾ ਕਿ ਜਦੋਂ ਬਾਬਾ ਬੁੱਢਾ ਜੀ ਇੱਕ ਵਾਰੀ ਬੀੜ ਬਾਬਾ ਬੁੱਢਾ ਸਾਹਿਬ ਤੋਂ ਦਰਸ਼ਨਾਂ ਦੇ ਵਾਸਤੇ ਆਏ, ਬੜੇ ਬਜ਼ੁਰਗ ਹੋ ਗਏ ਸੀ ਤੇ ਬਾਬਾ ਬੁੱਢਾ ਜੀ ਨੂੰ ਪਾਲਕੀ ਚ ਪਾ ਕੇ 4 ਸਿੱਖ ਚੁੱਕ ਕੇ ਲੈ ਕੇ ਆ ਰਹੇ ਸੀ। ਤੇ ਅੱਗਿਓਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਸਨ, ਉਹਨਾਂ ਨੂੰ ਪਤਾ ਲੱਗਾ ਬਾਬਾ ਬੁੱਢਾ ਜੀ ਆ ਰਹੇ ਆ, ਅੱਗਿਓਂ ਜਾ ਕੇ ਲੈਣ ਗਏ ਗੁਰੂ ਹਰਗੋਬਿੰਦ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਜਾ ਕੇ ਇੱਕ ਜਿਹੜਾ ਪਾਲਕੀ ਚੁੱਕਣ ਵਾਲਾ ਸਿੱਖ ਸੀ ਉਹਨੂੰ ਪਰੇ ਹਟਾ ਦਿੱਤਾ ਤੇ ਮਹਾਰਾਜ ਨੇ ਚੁੱਪ ਕਰਕੇ ਆਪ ਮੋਢਾ ਦੇ ਦਿੱਤਾ। ਤੇ ਬਾਬਾ ਬੁੱਢਾ ਜੀ ਨੇ ਪਤਾ ਲੱਗ ਗਿਆ। ਬਾਬਾ ਬੁੱਢਾ ਜੀ ਨੇ ਕਿਹਾ ਵੀ ਭਾਈ ਪਾਲਕੀ ਰੋਕ ਦਿੱਤੀ ਜਾਵੇ, ਨਹੀਂ ਤੇ ਮੈਂ ਵਿੱਚ ਛਾਲ ਮਾਰ ਦੇਵਾਂਗਾ। ਤੇ ਸਾਧ ਸੰਗਤ ਪਾਲਕੀ ਰੋਕੀ ਗਈ। ਬਾਬਾ ਬੁੱਢਾ ਜੀ ਬਾਹਰ ਨਿਕਲੇ। ਬਾਬਾ ਬੁੱਢਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨੀ ਹੱਥ ਲਾਇਆ। ਜਦੋਂ ਬਾਬਾ ਬੁੱਢਾ ਜੀ ਨੇ ਚਰਨੀ ਹੱਥ ਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਪਾਲਕੀ ਨੂੰ ਮੋਢਾ ਦਿੱਤਾ? ਤੇ ਉਸ ਸਮੇਂ ਫਿਰ
ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਬਾਬਾ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਪਹਿਲੇ ਜਾਮੇ 'ਚ ਕਿਹਾ ਸੀ ਬੁੱਢਿਆ ਤੇਥੋਂ ਓਲੇ ਕਦੇ ਨਾ ਹੋਸਾਂ ਤੇ ਮਹਾਰਾਜ ਜੀ ਤੁਸੀਂ ਮੇਰੇ ਤੋਂ ਕਦੀ ਓਲੇ ਨਹੀਂ ਹੋ ਸਕਦੇ। ਤੇ ਸਾਧ ਸੰਗਤ ਇਸੇ ਕਰਕੇ ਬਾਬਾ ਬੁੱਢਾ ਨੂੰ ਇਹ ਸੁਰਤ ਰਹਿੰਦੀ ਸੀ ਕਿ ਗੁਰੂ ਸਾਹਿਬ ਕਿੱਥੇ ਨੇ, ਕਦੋਂ ਕਿੱਥੇ ਕੀ ਕਰਦੇ ਆ, ਇਹ ਸਾਰਾ ਧਿਆਨ ਬਾਬਾ ਬੁੱਢਾ ਸਾਹਿਬ ਨੂੰ ਰਹਿੰਦਾ ਸੀ। ਇੰਨੀ ਪਿਆਰੀ ਸ਼ਖਸੀਅਤ ਸਨ ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਮਾਣ ਸਤਿਕਾਰ ਉਸ ਸਮੇਂ ਵੀ ਸਿੱਖ ਬੜਾ ਕਰਦੇ ਸਨ। ਅੱਜ ਵੀ ਬਾਬਾ ਬੁੱਢਾ ਜੀ ਨੂੰ ਸਾਰੇ ਨਮਸਕਾਰਾਂ ਕਰਦੇ ਆ। ਐਸਾ ਜੀਵਨ ਇੱਕ ਗੁਰਸਿੱਖ ਦਾ ਹੋ ਸਕਦਾ ਹੈ। ਸਾਧ ਸੰਗਤ ਇਹ ਕੋਈ ਬਿਆਨ ਨਹੀਂ ਕਰ ਸਕਦਾ। ਸੋ ਸਾਧ ਸੰਗਤ ਇੱਕ ਵਾਰੀ ਸਿੱਖਾਂ ਨੇ ਪੁੱਛਿਆ ਬਾਬਾ ਬੁੱਢਾ ਜੀ ਤੁਹਾਨੂੰ ਨਿਤਨੇਮ ਕਰਨ ਦੀ ਕੀ ਲੋੜ ਹੈ, ਤੁਸੀਂ ਤੇ ਬ੍ਰਹਮ ਗਿਆਨੀ ਹੋ, ਤੁਸੀਂ ਤੇ ਗੁਰੂ ਦੇ ਨਾਲ ਜੁੜੇ ਹੋ, ਤੁਸੀਂ ਬਾਣੀ ਕਿਉਂ ਪੜ੍ਹਦੇ ਹੋ। ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀ ਭਾਈ ਗੁਰਸਿੱਖੋ ਜੇ ਮੈਂ ਪੜ੍ਹਨੀ ਬੰਦ ਕਰ ਦੇਵਾਂਗਾ ਫਿਰ ਤੇ ਤੁਸੀਂ ਵੀ ਪੜ੍ਹਨੀ ਬੰਦ ਕਰ ਦੋਗੇ। ਕਹਿੰਦੇ ਬਾਬਾ ਜੀ ਉਹ ਕਿਵੇਂ। ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀ ਗੁਰਸਿੱਖੋ ਤੁਸੀਂ ਕਹਿਣਾ ਲੈ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹੋ ਕੇ ਬਾਣੀ ਨਹੀਂ ਪੜ੍ਹਦੇ ਤੇ ਅਸੀਂ ਬਾਣੀ ਪੜ੍ਹ ਕੇ ਕੀ ਕਰਨਾ। ਤੇ ਬਾਬਾ ਬੁੱਢਾ ਜੀ ਕਹਿੰਦੇ ਇਸ ਕਰਕੇ ਭਾਈ ਬਾਣੀ ਜਿਹੜੀ ਉਹ ਪੜ੍ਹਨੀ ਚਾਹੀਦੀ ਹੈ, ਹਰ ਗੁਰਸਿੱਖ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ। ਇਹ ਉਪਦੇਸ਼ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਦਿੱਤਾ। ਇੱਕ ਵਾਰੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ ਤੇ ਬਹਿ ਗਏ ਤੇ ਉਸ ਸਮੇਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਮਹਾਰਾਜ ਕੋਈ ਉਪਦੇਸ਼ ਦਿਓ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਸੀ ਬਾਬਾ ਬੁੱਢਾ ਜੀ ਤਿਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਬਾਬਾ ਜੀ ਜਿਨ੍ਹਾਂ ਦਾ ਗੁਰੂ ਨਾਨਕ ਗੁਰੂ ਹੈ ਉਹਨਾਂ ਨੂੰ ਮੈਂ ਕੀ ਉਪਦੇਸ਼ ਦੇ ਸਕਦਾ। ਸੋ ਐਸੀ ਸ਼ਖਸੀਅਤ ਦੇ ਮਾਲਕ ਜਿਨ੍ਹਾਂ ਦਾ ਮਾਣ ਸਤਿਕਾਰ ਗੁਰੂ ਸਾਹਿਬਾਨਾਂ ਨੇ ਵੀ ਕੀਤਾ ਤੇ ਜਿਨ੍ਹਾਂ ਬਾਬਾ ਬੁੱਢਾ ਜੀ ਨੇ 8 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, 5 ਪਾਤਸ਼ਾਹੀ ਨੂੰ ਆਪਣੇ ਹੱਥੀਂ ਤਿਲਕ ਦਿੱਤਾ। ਐਸੀ ਮਹਾਨ ਸ਼ਖਸੀਅਤ ਨੂੰ ਸਾਡਾ ਸਿਰ ਝੁਕਦਾ ਹੈ। ਇਹਨਾਂ ਦੇ ਜੀਵਨ ਤੋਂ ਸਾਨੂੰ ਬੜੀ ਸਿੱਖਿਆ ਮਿਲਦੀ ਹੈ। ਸੋ ਸਤਿਗੁਰੂ ਰਹਿਮਤ ਕਰਨ ਇਹ ਬਾਬਾ ਬੁੱਢਾ ਜੀ ਦਾ ਆਪਾਂ ਜੀਵਨ ਵਿਚਾਰਿਆ ਹੈ। ਕੱਲ ਨੂੰ ਆਪਾਂ ਭਾਈ ਗੁਰਦਾਸ ਜੀ ਦਾ ਜੀਵਨ ਵਿਚਾਰਾਂਗੇ ਸਾਧ ਸੰਗਤ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮਾਪਤੀ ਹੈ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।